नमस्कार। दैनिक सवेरा टीवी देख रहे साडे सारे दर्शकों का स्वागत है जी। मैं हाँ पमिल भाटिया। लॉकडाउन की मार हर किस्म के उद्योग के उत्ते पई है और लॉकडाउन ने पंजाब की और देश की आर्थिकता का चक्का भी जाम कर दिता है। वक्-वक् उद्योगों तो इलावा कागज़ उद्योग जिहड़ा हैगा उस ते लॉकडाउन का की असर पिया है, इस बारे गलबात करांगे। ਅੰਮ੍ਰਿਤਸਰ ਦੇ ਵਿੱਚ ਸਥਾਪਿਤ ਖੰਨਾ ਪੇਪਰ ਮਿਲ ਵਿਸ਼ਵ ਪ੍ਰਸਿੱਧ ਪੇਪਰ ਮਿਲ ਹੈਗੀ ਹੈ, ਉਸ ਦੇ ਡਾਇਰੈਕਟਰ ਸੁਨੀਤ ਕੋਚਰ ਇਸ ਸਮੇਂ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਾਗਜ਼ ਉਦਯੋਗ ਨੂੰ ਕਿੰਨੀ ਮਾਰ ਪਈ ਹੈ ਇਸ ਕਰਫਿਊ ਲੌਕਡਾਊਨ ਦੀ। ਸੁਨੀਤ ਜੀ, ਬਹੁਤ ਬਹੁਤ ਸਵਾਗਤ ਹੈ ਜੀ दैनिक सवेरा टीवी ਤੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਮੈਂ ਸਮਝਦਾ ਦੇਖੋ ਸਾਰੇ ਕਾਰੋਬਾਰਾਂ ਦੇ ਉੱਤੇ ਇਸ ਲਈ ਬੜੀ ਜਿਹੜੀ ਹੈ ਜ਼ਬਰਦਸਤ ਲੋਕਡਾਊਨ ਦੀ ਮਾਰ ਹੈ और कागज उद्योग के उत्ते पर्टिकुलरली थोड़ा मैं इस करके इंपैक्ट समझदा क्योंकि पेपर इंडस्ट्री जिहड़ी है वो 4 ਤੋਂ 5% ਜਿਹੜੀ इंडस्ट्रीयल आउटपुट ਦੀ इंडिया ਦੀ ਉਹਦੇ 'ਚ ਕੰਟਰੀਬਿਊਟ ਕਰਦੀ ਹੈ। बट सिंस क्योंकि ਤੁਸੀਂ देखो ਅੱਜ ਦੀ ਡੇਟ 'ਚ ਪਿਛਲੇ 2 ਮਹੀਨੇ ਦੇ ਵਿੱਚ ਨਿਊਜ਼ਪੇਪਰ ਹੈ ਚਾਹੇ ਉਹਦੀ ਸਰਕੂਲੇਸ਼ਨ ਡਾਊਨ ਹੈ, ਸਕੂਲ ਕਾਲਜਸ ਉਹ ਵੀ ਜਿਹੜੇ ਬੰਦ ਨੇ, ਇਸ ਕਰਕੇ ਮੋਸਟ ਆਫ ਦ ਪੇਪਰ ਯੂਨਿਟਸ ਜਿਹੜੇ ਨੇ ਉਹ ਸਾਰੇ ਫਿਲਹਾਲ ਹਾਲੀ ਬੰਦ ਨੇ। ਸਰ, ਕਿੰਨਾ ਕੁ ਜਿਹੜਾ ਇੰਡਸਟਰੀ ਹੈਗੀ ਹੈ, ਕਿੰਨੀ ਕੁ ਪਰਸੈਂਟੇਜ ਹੈਗੀ ਹੈ ਇਹਦੀ, ਕਿੰਨਾ ਕੁ ਉਦਯੋਗ ਹੈਗਾ ਇਹਦਾ ਪੇਪਰ ਦਾ? ਦੇਖੋ ਮੈਂ ਤੁਹਾਨੂੰ ਇਹ ਦੱਸਿਆ ਕਿ ਜਿਹੜਾ ਪੇਪਰ ਹੈ ਉਹ ਹਿੰਦੁਸਤਾਨ ਦੇ 4 ਤੋਂ 5% ਆਫ ਜਿਹੜੀ ਵਰਲਡ ਦੀ ਪ੍ਰੋਡਕਸ਼ਨ ਹੈ ਉਹਦੇ ਚੋਂ 4 ਤੋਂ 5% ਜਿਹੜੀ ਉਹ ਹਿੰਦੁਸਤਾਨ ਦੇ ਵਿੱਚ ਬਣਦੀ ਹੈ। ਉਹ ਸਾਰੀ ਜਿਹੜੀ ਪ੍ਰੋਡਕਸ਼ਨ ਹੈ ਇਸ ਲਈ ਜਿਹੜੀ ਹੈ ਉਹ ਸਪਲਾਈ ਚੇਨ ਹੈ, ਕਿਤੇ ਰॉ ਮਟੀਰੀਅਲ ਨਹੀਂ ਹੈ, ਕਿਤੇ ਆਰਡਰ ਨਹੀਂ ਹੈ, ਉਸ ਕਰਕੇ ਸਾਰਾ ਸਿਸਟਮ ਅਸਤ ਵਿਅਸਤ ਹੈ। ਸਾਡਾ ਖੁਦ ਦਾ ਪਲਾਂਟ ਜਿਹੜੇ ਨੇ 2 ਪਲਾਂਟ ਬੰਦ ਹੈ ਜੀ। ਖੁਦ ਦੇ 2 ਪਲਾਂਟ ਤੁਹਾਡੇ ਬੰਦ ਹੈਗੇ। ਮੌਜੂਦਾ ਸਥਿਤੀ ਦੇ ਵਿੱਚ ਤੁਸੀਂ ਆਪ ਦੀ ਪੰਜਾਬ ਦੇ ਸੰਦਰਭ ਦੇ ਵਿੱਚ ਸਿਰਫ ਅਸੀਂ ਗੱਲ ਕਰੀਏ ਤੇ ਇਹਦੀ ਆਰਥਿਕਤਾ ਨੂੰ ਕਿੱਥੇ ਖੜਾ ਦੇਖ ਰਹੇ ਹੋ? ਦੇਖੋ ਪਹਿਲਾ ਕੁਆਟਰ ਜਿਹੜਾ ਫਾਈਨੈਂਸ਼ੀਅਲ ਕੁਆਟਰ ਸੀ ਉਹ ਤਾਂ ਨਿਕਲ ਗਿਆ ਜੀ। ਮੈਂ ਹੁਣ ਤਾਂ ਦੂਸਰੇ ਕੁਆਟਰ ਦੀ ਗੱਲ ਕਰ ਰਿਹਾ। ਮੈਨੂੰ ਲੱਗ ਰਿਹਾ ਕਿ ਅੱਗੇ ਜਿਹੜਾ ਹੈ ਉਹ ਸਾਰਾ ਬਿਜ਼ਨਸ ਜਿਹੜਾ ਉਹ ਰੀਸੈਟ ਕਰਨ ਦੀ ਗੱਲ ਆ ਜਾਏਗੀ, ਕਿਉਂਕਿ ਤੁਸੀਂ ਦੇਖੋ ਪ੍ਰੀ ਕੋਵਿਡ ਤਾਂ ਪੋਸਟ ਕੋਵਿਡ ਹੁਣ 2 ਵੱਖਰੇ ਸਿਨੈਰੀਓ ਬਣਨੇ ਆ। ਤੁਸੀਂ ਅੱਜ ਦੇ ਵਿੱਚ ਸਾਨੂੰ ਇੱਕ ਸਮਝਣਾ ਪਏਗਾ ਵੀ ਕੋਵਿਡ ਜਿਹੜਾ ਹੈ ਉਹ ਹੁਣ ਰਹੂਗਾ, ਉਹ ਜਾਂਦਾ ਨਹੀਂ, ਲੇਕਿਨ ਉਹਦੇ ਮੱਦੇਨਜ਼ਰ ਕਾਰੋਬਾਰ ਨੂੰ ਕਿਸ ਤਰ੍ਹਾਂ ਅੱਗੇ ਪਟਰੀ ਤੇ ਲੈ ਕੇ ਆਣਾ ਉਹ ਇੱਕ ਹਰ ਇੰਡਸਟਰੀ ਵਾਸਤੇ ਬਹੁਤ ਵੱਡਾ ਚੈਲੰਜ ਹੈ। ਕਿਉਂਕਿ ਤੁਸੀਂ ਦੇਖੋ ਜਿਹੜਾ ਸਾਡਾ ਵੀ ਮਾਲ ਬਣਨਾ ਹੈ ਉਹ ਇੱਥੋਂ ਬਣ ਕੇ ਬੈਂਗਲੌਰ, ਕੈਲਕਟਾ, ਚੇਨਈ ਕਿੱਥੇ ਜਾਣਾ, ਪਰ ਸਾਰੇ ਸਿਸਟਮ ਦੇ ਵਿੱਚ ਹਾਲੀ ਉਹਨਾਂ ਫਲੋ ਨਹੀਂ ਹੈ। ਪੂਰੀ ਕੰਟਰੀ ਦੇ ਵਿੱਚ ਸਪਲਾਈ ਚੇਨ ਨਹੀਂ ਹੈ। ਜਿਹੜੇ ਹੋਲਸੇਲਰ ਨੇ ਉਹ ਸਾਰੇ ਕੋਈ ਰੈੱਡ ਜ਼ੋਨ 'ਚ ਨੇ। ਇਸ ਕਰਕੇ ਮੈਂ ਸਮਝਦਾ ਕਿ ਫਿਲਹਾਲ ਅਗਲੇ 3 ਮਹੀਨੇ ਹੋਰ ਜਿਹੜਾ ਇੱਕ ਬੜਾ ਵੱਡਾ ਚੈਲੰਜ ਹੈ ਤੇ ਇਸ ਲਈ ਪ੍ਰੋਫਿਟੇਬਿਲਿਟੀ ਦੀ ਤਾਂ ਗੱਲ ਹੀ ਕੋਈ ਨਹੀਂ, ਇਸ ਲਈ ਤਾਂ ਸਸਟੇਨੇਬਿਲਿਟੀ ਇਜ਼ ਦਾ ਕੀ ਇਸ਼ੂ। ਇਸ ਤੋਂ ਇਲਾਵਾ ਸੁਨੀਤ ਜੀ, ਜਿਹੜੇ ਲੇਬਰ ਦਾ ਇਸ਼ੂ ਹੈਗਾ ਉਹ ਹਰ ਇੰਡਸਟਰੀ ਦਾ ਆਪਦਾ ਵੱਡਾ ਕ੍ਰਾਈਸਿਸ ਹੋ ਗਿਆ। ਤੁਹਾਡੀ ਖੰਨਾ ਪੇਪਰ ਮਿਲ ਦੇ ਸੰਦਰਭ ਦੇ ਵਿੱਚ ਕੀ ਸਥਿਤੀ ਹੈਗੀ ਹੈ? ਕਿਉਂਕਿ ਆਮ ਤੌਰ ਤੇ ਦੂਸਰੀ ਇੰਡਸਟਰੀ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੀ ਲੇਬਰ ਸੀਗੀ ਉਹ ਦੂਸਰੇ ਸੂਬਿਆਂ ਦੀ ਹੈਗੀ ਸੀ, ਬਹੁਤ ਸਾਰੇ ਲੋਕ ਜਾ ਚੁੱਕੇ ਨੇ। ਤੁਹਾਡੀ ਇੱਥੇ ਸਥਿਤੀ ਕੀ ਹੈ? ਦੇਖੋ ਉੱਥੇ ਇਹ ਵੀ ਇੱਕ ਬੜਾ ਤੁਸੀਂ ਸਹੀ ਸਵਾਲ ਪੁੱਛਿਆ ਜੀ। ਇਹ ਵੀ ਇੱਕ ਬੜਾ ਵੱਡਾ ਚੈਲੰਜ ਹੈ ਲੇਬਰ ਦਾ, ਕਿਉਂਕਿ ਜਦ ਤੱਕ ਕੁਝ ਸੂਬਿਆਂ ਨੇ ਡਿਮਾਂਡ ਕੱਢੀ ਹੈ ਕਿ ਵੀ ਅਸੀਂ ਫ੍ਰੀ ਟ੍ਰੇਨ ਚਲਾਵਾਂਗੇ, ਉਸ ਚੱਕਰ ਦੇ ਵਿੱਚ ਕਨਫਿਊਜ਼ਨ ਹੋ ਚੁੱਕੀ ਹੈ। ਲੇਬਰ ਜਿਹੜੀ ਹੈ ਉਹ ਆਪਦੀ ਕੀ ਕਹਿੰਦੇ ਤਿਆਰ ਬੈਠੀ ਹੈ ਜੀ ਕਿ ਮੈਂ ਆਪਣੇ ਘਰ ਨੂੰ, ਨੇਟਿਵ ਪਲੇਸ ਨੂੰ ਵਾਪਸ ਜਾਣਾ। ਕਿਸੇ ਦਾ ਪਰਿਵਾਰ ਉੱਥੇ ਹੈ, ਕਿਸੇ ਦਾ ਮਤਲਬ ਕੁਰਬਾ ਉੱਥੇ ਹੈ, ਤੇ ਕੁਛ ਨਾ ਕੁਛ 25 ਤੋਂ 30% ਲੇਬਰ ਦੇ ਦਿਮਾਗ ਦੇ ਵਿੱਚ ਕਨਫਿਊਜ਼ਨ ਹੈ ਕਿ ਇੱਕ ਵਾਰੀ ਮੈਂ ਉੱਥੇ ਜਾਣਾ ਹੈ। ਉਹ ਵੀ ਇੱਕ ਚੈਲੰਜ ਹੈ ਸਾਡੇ ਵਾਸਤੇ। ਪਰ ਉਹ ਕਮੀ ਕਿਸ ਤਰ੍ਹਾਂ ਪੂਰੀ ਹੋਏਗੀ? ਕਿਉਂਕਿ ਹੁਣ ਇੰਡਸਟਰੀ ਖੁੱਲ੍ਹ ਵੀ ਰਹੀ ਹੈ ਨਾ ਵਾਪਸ। ਸਰਕਾਰ ਨੇ ਕਹਿ ਦਿੱਤਾ ਕਿ ਤੁਸੀਂ 25% ਸਮਰੱਥਾ ਦੇ ਨਾਲ ਖੋਲ੍ਹ ਸਕਦੇ ਹੋ, ਆਪਦੇ ਇਹਤਿਆਤ ਵਰਤੋ। ਤੇ ਹੁਣ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਕੁਛ ਇੰਡਸਟਰੀ ਨੂੰ ਰਿਆਇਤ ਹੈਗੀ ਹੈ, ਤੁਸੀਂ ਖੋਲ੍ਹ ਸਕਦੇ ਹੋ, ਫਿਰ ਇਸ ਉਦਯੋਗ ਦੀ ਸਥਿਤੀ ਕਿੱਥੇ ਖੜੀ ਹੈ? ਦੇਖੋ ਕਈ ਚੀਜ਼ਾਂ ਇਸ ਤਰ੍ਹਾਂ ਹੈ, ਇੰਡਸਟਰੀ ਟੂ ਇੰਡਸਟਰੀ ਹੁੰਦੀਆਂ ਨੇ। ਕਈ ਚੀਜ਼ਾਂ ਤੁਸੀਂ ਦੇਖੋ, ਜੇ ਕੋਈ ਫੈਕਟਰੀ ਚੱਲਣੀ ਹੈ ਜਾਂ ਕੋਈ ਪ੍ਰੋਡਕਸ਼ਨ ਚੱਲਣੀ ਹੈ, ਉਹਦਾ ਇੱਕ ਉਹਦਾ ਪ੍ਰੋਸੈਸ ਹੁੰਦਾ ਹੈ। ਉਹ ਪ੍ਰੋਸੈਸ ਦੇ ਵਿੱਚ ਤੁਸੀਂ 20-25% ਲੇਬਰ ਕੱਟ ਕਰਕੇ ਜਾਂ ਪ੍ਰੋਸੈਸ ਕਰਕੇ ਲੇਬਰ ਨਹੀਂ ਚਲਾ ਸਕਦੇ। ਖਾਸ ਤੌਰ ਤੇ ਮੈਨੂਫੈਕਚਰਿੰਗ ਸੈਕਟਰਸ ਦੇ ਉੱਤੇ, ਚਾਹੇ ਉਹ ਆਟੋਮੋਬਾਈਲ ਹੈ, ਚਾਹੇ ਉਹ ਟਰੈਕਟਰਸ ਨੇ, ਚਾਹੇ ਉਹ ਪੇਪਰ ਹੈ ਜਾਂ ਹੋਰ ਵੱਡੀਆਂ ਇੰਡਸਟਰੀਆਂ ਨੇ, ਉਹਨਾਂ ਦਾ ਕਿਉਂਕਿ ਅਸੀਂ ਆਲਰੇਡੀ ਹਰ ਸਾਲ ਆਪਣਾ ਇੱਕ ਪ੍ਰੋਸੈਸ ਬਣਾਇਆ ਹੁੰਦਾ ਹੈ ਕਿ ਅਸੀਂ ਮਿਨੀਮਮ ਲੇਬਰ ਤੇ ਜਾਂ ਮਿਨੀਮਮ ਵਰਕ ਫੋਰਸ ਤੇ ਕੰਮ ਕਰਦੇ ਹਾਂ। ਮੈਂ ਸਮਝਦਾ ਕਿ ਉਹ ਜਦ ਤੱਕ ਅਸੀਂ ਪੂਰਾ ਸਿਸਟਮ ਨਹੀਂ ਚਲਾਵਾਂਗੇ, ਜਦ ਤੱਕ ਪੂਰਾ ਚੱਕਾ ਨਹੀਂ ਚੱਲੇਗਾ,
ਇੰਨੀ ਜਲਦੀ ਜਿਹੜਾ ਹੈ ਹਾਲੀ ਉਹ ਪੂਰੀ ਪ੍ਰੋਡਕਸ਼ਨ ਜਿਹੜਾ ਉਹ ਨਹੀਂ ਆ ਪਾਏਗੀ, ਕਿਉਂਕਿ ਪੂਰਾ ਸਪਲਾਈ ਚੇਨ ਨੂੰ ਹੀ ਜਿਹੜਾ ਵੀਲ ਨੂੰ ਮੂਵ ਕਰਨਾ ਪਏਗਾ। ਕਿਉਂਕਿ ਡਿਮਾਂਡ ਤੇ ਵੀ ਅਸਰ ਹੈਗਾ ਨਾ, ਡਿਮਾਂਡ ਵੀ ਨਹੀਂ ਹੈਗੀ ਮਾਰਕੀਟ 'ਚ ਇਸ ਸਮੇਂ, ਔਰ ਲੱਗਦਾ ਵੀ ਸ਼ਾਇਦ ਕੁਝ ਮਹੀਨੇ ਹੋਏਗੀ ਵੀ ਨਹੀਂ। ਦੇਖੋ ਡਿਮਾਂਡ ਦਾ ਇਸ਼ੂ ਇਸ ਕਰਕੇ ਆ ਰਿਹਾ ਹੈ ਕਿਉਂਕਿ ਡਿਮਾਂਡ ਦੇ ਵਿੱਚ ਤੁਸੀਂ ਦੇਖੋ ਜਦ ਤੱਕ ਤੁਹਾਡੇ ਹੋਲਸੇਲਰਸ, ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ ਨੈਸਲੇ ਦਾ ਉਦਾਹਰਨ ਦੇਣਾ ਕਿ ਨੈਸਲੇ ਦੀ ਜੇ ਫੈਕਟਰੀ ਮੋਗਾ ਹੈ, ਉਹਦਾ ਡੱਬਾ ਬਣਦਾ ਹੈ, ਉਹ ਹੋ ਸਕਦਾ ਮੋਗੇ ਉਹ ਬਣਦਾ ਹੋਊਗਾ ਜੀ ਆਪਣਾ ਹਿਮਾਚਲ 'ਚ ਜਾਂ ਕਿਤੇ ਹੋਰ ਬਾਹਰਲੇ ਪ੍ਰਦੇਸ਼ 'ਚ। ਨੈਸਲੇ ਜਿਹੜਾ ਉਹ ਸਿਰਫ ਪ੍ਰੋਡਕਟ ਬਣਾਉਂਦੀ ਹੈ। ਹੁਣ ਜਦ ਤੱਕ ਉਹਨੂੰ ਪ੍ਰਿੰਟਿੰਗ ਹੋ ਕੇ ਦੂਜੇ ਸੂਬੇ ਤੋਂ ਜਾਂ ਪੰਜਾਬ ਦੇ ਸੂਬੇ ਤੋਂ ਜਾਂ ਚੰਡੀਗੜ੍ਹ ਤੋਂ ਉਹਨੂੰ ਬਾਕਸ ਨਹੀਂ ਆਏਗਾ, ਉਹ ਆਪਣੀ ਪੈਕਿੰਗ ਨਹੀਂ ਕਰ ਪਾਏਗੀ। ਮੈਂ ਇਸੇ ਕਰਕੇ ਕਹਿਣਾ ਕਿ ਇੰਡਸਟਰੀਅਲ ਆਊਟਪੁੱਟ ਤਦ ਹੀ ਆਏਗੀ ਜਦ ਪੂਰੀ ਕੰਟਰੀ ਦੇ ਵਿੱਚ ਸਪਲਾਈ ਚੇਨ, ਲੇਬਰ, ਰੂਲਸ, ਸਾਰੇ ਪ੍ਰੋਸੈਸਸ ਦੇ ਸਟ੍ਰੀਮਲਾਈਨ ਹੋਣ। ਟੈਕਨੋਲੋਜੀ ਕਿਆ ਇਸ ਲੇਬਰ ਦੀ ਘਾਟ ਦੀ ਭਰਪਾਈ ਕਰ ਸਕਦੀ ਹੈ? ਕਿਉਂਕਿ ਟੈਕਨੋਲੋਜੀ ਦੇ ਨਾਲ, ਮਸ਼ੀਨਾਂ ਦੇ ਨਾਲ ਕਈ ਵਾਰੀ 10 ਲੋਕਾਂ ਦਾ ਕੰਮ, 20 ਲੋਕਾਂ ਦਾ ਕੰਮ ਮਸ਼ੀਨ ਕਰਦੀ ਹੈ। ਇੱਕ ਬੰਦਾ ਜੇ ਆਪਰੇਟਰ ਹੈਗਾ, 2 ਹੈਗਾ, ਕਿਆ ਉਹ ਭਰਪਾਈ ਹੋ ਸਕਦੀ ਹੈ? ਨਹੀਂ, ਉਹ ਹੋ ਸਕਦੀ ਹੈ, ਪਰ ਉਹ ਸਾਡੇ ਵਰਗੇ ਮੁਲਕ ਦੇ ਵਿੱਚ ਨਹੀਂ ਹੋ ਸਕਦੀ, ਬਿਕੋਜ਼ ਸਾਡਾ ਮੁਲਕ ਲੇਬਰ ਓਰੀਐਂਟਡ ਮੁਲਕ ਹੈ। ਅਸੀਂ ਹਰ ਥਾਂ ਤੇ ਟੈਕਨੋਲੋਜੀ ਦਾ ਉਪਯੋਗ ਕਰ ਸਕਦੇ ਹਾਂ, ਬਟ ਸਾਨੂੰ ਟੈਕਨੋਲੋਜੀ ਤੇ ਲੇਬਰ ਦੋਨਾਂ ਨੂੰ ਹੀ ਸਾਨੂੰ ਨਾਲ ਯੂਜ਼ ਕਰਨਾ ਪਊਗਾ, ਬਿਕੋਜ਼ ਸਾਡੇ ਇੱਥੇ ਪੋਪੂਲੇਸ਼ਨ ਵੀ ਇੰਨੀ ਹੈ, ਅਸੀਂ ਆਪਣੀ 140 ਕਰੋੜ ਦੀ ਜਨਤਾ ਨੂੰ ਵੀ ਤਾਂ ਆਕੂਪਾਈ ਕਰਕੇ ਰੱਖਣਾ ਹੈ। ਸਿਰਫ ਟੈਕਨੋਲੋਜੀ ਜਿਹੜਾ, ਔਰ ਸਾਡੇ ਇੱਥੇ MSME ਜਿਹੜਾ ਉਹ ਬਹੁਤ ਨੇ। MSME ਸੈਕਟਰ ਦੇ ਵਿੱਚ ਹਰ ਇੱਕ ਦੀ ਆਪਣੀ ਬਜਟ ਕੰਸਟ੍ਰੇਂਟ ਹੈ, ਤੇ ਉਹ ਟੈਕਨੋਲੋਜੀ ਪਾਰਟ ਜਿਹੜਾ ਉਹਨੂੰ ਇੰਨਾ ਅਪਗ੍ਰੇਡ ਕੋਈ ਇੰਡਸਟਰੀ ਕਰ ਸਕਦੀ ਹੈ ਤੇ ਕੋਈ ਨਹੀਂ ਵੀ ਕਰ ਸਕਦੀ। ਜਿਹੜੀ ਤੁਹਾਡੀ ਇੰਡਸਟਰੀ ਹੈ, ਪੇਪਰ ਇੰਡਸਟਰੀ ਹੈ, ਇਹ ਪ੍ਰੋਸੈਸ ਇੰਡਸਟਰੀ ਹੈ ਸਾਰੀ, ਹੈ ਨਾ, ਤੇ ਇਹਦੀ ਜਿਹੜਾ ਅਸੀਂ ਜਦੋਂ ਨੁਕਸਾਨ ਦਾ ਅੰਕਲਨ ਕਰਦੇ ਹਾਂ, ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨਾ ਕੁ ਹੈ ਜੀ? ਇਹ ਇਨ ਫਿਗਰਸ ਅਗਰ ਦੱਸ ਪਾਓ ਤੇ। ਮੈਂ ਸੋਚਦਾ ਕਿ ਇੰਟਾਇਰ ਪੇਪਰ ਇੰਡਸਟਰੀ, ਚਾਹੇ ਨਿਊਜ਼ ਪ੍ਰਿੰਟ ਹੈ, ਚਾਹੇ ਪੈਕੇਜਿੰਗ ਹੈ, ਚਾਹੇ ਹੋਰ ਕੋਰੂਗੇਟਡ ਬਾਕਸ ਹੈ, ਚਾਹੇ ਕਿਸੇ ਤਰ੍ਹਾਂ ਦਾ ਵੀ ਕੋਈ ਕਾਗਜ਼ ਹੈ, ਮੈਂ ਇਹ ਸਮਝਦਾ ਕਿ ਘੱਟੋ ਘੱਟ 10,000 ਕਰੋੜ ਦਾ ਲਾਸ ਇਸ ਕੁਆਟਰ ਦੇ ਵਿੱਚ ਹੋ ਜਾਏਗਾ। 10,000 ਕਰੋੜ ਦਾ? ਇਹ ਤੁਸੀਂ ਪੂਰੇ ਹਿੰਦੁਸਤਾਨ ਦੇ ਜ਼ਿਕਰ ਕਰ ਰਹੇ ਹੋ? ਪੂਰੇ ਹਿੰਦੁਸਤਾਨ ਦਾ ਜ਼ਿਕਰ ਕਰ ਰਹੇ ਹਾਂ। 10,000 ਕਰੋੜ ਦਾ ਇੱਕ ਮਹੀਨੇ ਦੀ ਮੇਰਾ ਖਿਆਲ ਹੈ ਪਿਛਲੇ 40 ਦਿਨ ਤੋਂ ਅੱਜ 41ਵੇਂ ਦਿਨ ਦੇ ਅਸੀਂ ਲੋਕਡਾਊਨ 'ਚ, ਤੇ ਮੇਰਾ ਖਿਆਲ ਹੈ ਕਿ ਅਸੀਂ 41 ਡੇਜ਼ ਦੇ ਵਿੱਚ ਜਿੰਨੀ ਵੀ ਪ੍ਰੋਡਕਸ਼ਨ ਸੀ ਸਾਡੀ, ਉਹ ਸਾਰੀ ਪ੍ਰੋਡਕਸ਼ਨ ਜਿਹੜੀ ਹੈ ਉਹ ਹੋਈ ਤਾਂ ਹੈ ਨਹੀਂ। ਬਿਲਕੁਲ ਸਾਰੀ ਪ੍ਰੋਡਕਸ਼ਨ ਦੇ ਵਿੱਚ ਕੀ ਕਹਿੰਦੇ ਪ੍ਰੋਡਕਸ਼ਨ ਲਾਸ ਹੈ, ਪਲੱਸ ਸਾਡੇ ਜਿੰਨੀ ਮਾਰਕੀਟਿੰਗ ਨੈਟਵਰਕ ਸੀ, ਸੇਲ ਸੀ, ਉਹਦੇ ਅੱਗੇ ਸਪਲਾਈ ਚੇਨ ਸੀ, ਉਹਦੇ ਅੱਗੇ ਬਾਕਸਿਸ ਬੰਨੇ ਸੀ, ਕੋਈ ਕੋਰੂਗੇਟਡ ਬਾਕਸਿਸ ਬੰਨੇ ਸੀ, ਉਹ ਸਾਰੀ ਇਨਸਿਲਰੀ ਇੰਡਸਟਰੀ ਵੀ ਬੰਦ ਹੈ ਨਾਲ। ਪਰ ਇਹ ਇੰਡਸਟਰੀ ਜਿਹੜੀ ਹੈ, ਮਤਲਬ ਕੋਈ ਵੀ ਇੰਡਸਟਰੀ ਜਿਹੜੀ ਉਹ ਬੈਂਕ ਲੋਨਸ ਦੇ ਨਾਲ ਜੁੜੀ ਹੁੰਦੀ ਹੈ, ਉਹਦਾ ਅੰਕਲਨ ਕਿੱਥੇ ਤੁਸੀਂ ਕਰਦੇ ਹੋ? ਕਿਉਂਕਿ ਜਿਹੜੀ ਸਰਕਾਰ ਦੀ ਟੈਕਸ ਕਲੈਕਸ਼ਨ ਹੈ ਉਹ ਕਰੀਬਨ 1.5 ਲੱਖ ਕਰੋੜ ਦੀ ਹੈਗੀ ਹੈ ਸਾਲਾਨਾ ਜਿਹੜੀ ਹੈ, ਔਰ ਇਹਦਾ ਜਿਹੜਾ ਨੁਕਸਾਨ ਹੈਗਾ ਉਹਨੂੰ ਤੁਸੀਂ ਕਿੱਥੇ ਦੇਖਦੇ ਹੋ? ਤੇ ਸਰਕਾਰ ਦੇ ਪੱਖੋਂ ਕੀ ਸੋਚ ਰਹੀ ਹੈ ਇੰਡਸਟਰੀ ਤੁਹਾਡੇ ਵਾਲੀ, ਕਿ ਸਾਨੂੰ ਕਿੰਨੀ ਕੁ ਫਾਈਨੈਂਸ਼ੀਅਲ ਮਦਦ ਹੋਣੀ ਚਾਹੀਦੀ ਹੈ? ਇਸ ਤਰ੍ਹਾਂ ਹੈ ਕਿ ਗਵਰਨਮੈਂਟ ਆਫ ਇੰਡੀਆ ਇੱਕ ਪਾਰਟਿਕੂਲਰ ਸੈਕਟਰ ਦੀ ਮਦਦ ਤਾਂ ਸ਼ਾਇਦ ਨਹੀਂ ਕਰ ਪਾਏਗੀ, ਲੇਕਿਨ ਗਵਰਨਮੈਂਟ ਆਫ ਇੰਡੀਆ ਨੂੰ ਇੱਕ ਓਵਰਆਲ ਸਟਿਮੂਲਸ ਪੈਕੇਜ ਲੈਣਾ ਪਏਗਾ, ਕਿਉਂਕਿ ਹਰ ਸੈਕਟਰ ਦੇ ਵਿੱਚ ਇਸ ਲਈ ਬਹੁਤ ਜ਼ਿਆਦਾ ਗੈਪ ਹੈ, ਚਾਹੇ ਉਹ ਛੋਟੀ ਇੰਡਸਟਰੀ ਹੈ, ਚਾਹੇ ਉਹ ਵੱਡੀ ਇੰਡਸਟਰੀ ਹੈ। ਤੁਸੀਂ ਦੇਖੋ ਅਸੀਂ ਕੈਸ਼ ਕਰੰਚ 'ਚ ਵੀ ਹਾਂ, ਡੇਢ ਮਹੀਨੇ ਤੋਂ ਅਸੀਂ ਲੇਬਰ ਦੇ ਡਿਸਲੋਕੇਸ਼ਨ ਦੇ ਇਸ਼ੂਜ਼ ਨੂੰ ਵੀ ਅਸੀਂ ਦੇਖ ਰਹੇ ਹਾਂ। ਅਸੀਂ ਉਸ ਤੋਂ ਪਹਿਲੇ ਵੀ ਜੇ ਤੁਸੀਂ ਦੇਖੋਗੇ ਸਾਡੇ ਮੁਲਕ ਦੀ ਇਕਨੋਮੀ ਜਿਹੜੀ ਆ ਉਹ ਐਡੀ ਸਟਰੋਂਗ ਨਹੀਂ ਸੀ। ਵੀ ਆਰ ਆਲਰੇਡੀ ਸਟਰਗਲਿੰਗ ਬਿਕੋਜ਼ 2-3 ਸਾਲ ਤੋਂ, ਤੇ ਹੁਣ ਤਾਂ ਬਿਲਕੁਲ ਹੀ ਚੱਕਾ ਜਿਹੜਾ ਉਹ ਇਸ ਲਈ ਬਲੌਕ ਹੈ। ਪਰ ਮੈਂ ਤੁਹਾਨੂੰ ਜਿਹੜਾ ਸਵਾਲ ਕੀਤਾ ਕਿ ਜਿਹੜੇ ਬੈਂਕ ਲੋਨਸ ਹੈਗੇ ਨੇ, ਜਿਹੜਾ ਇੰਟਰਸਟ ਰੇਟ ਹੁੰਦਾ, ਉਹਨੂੰ ਲੈ ਕੇ ਕੀ ਰਿਆਇਤ ਹੈਗੀ ਹੈ ਤੁਹਾਨੂੰ, ਜਾਂ ਉਹਨੂੰ ਲੈ ਕੇ ਕੋਈ ਡਿਮਾਂਡ ਹੈਗੀ ਹੈ ਕਿ 10 ਤੋਂ 12-13% ਤੁਸੀਂ ਲੋਨਸ ਆਲਮੋਸਟ ਹੁੰਦੇ ਇੰਡਸਟਰੀ ਦੇ? ਉਹਦੇ ਵਾਸਤੇ ਆਲਰੇਡੀ ਬੈਂਕਿੰਗ ਨੂੰ ਜਿਹੜਾ ਗਵਰਨਮੈਂਟ ਨੂੰ ਜਾਂ ਫਾਈਨਾਂਸ ਮਿਨਿਸਟਰ ਨੂੰ ਵੱਖ-ਵੱਖ ਆਰਗੇਨਾਈਜੇਸ਼ਨਾਂ ਵੱਲੋਂ, ਇੰਡਸਟਰੀਜ਼ ਦੀਆਂ ਐਸੋਸੀਏਸ਼ਨਾਂ ਵੱਲੋਂ ਇੱਕ ਜਿਹੜਾ ਹੈ ਰਿਪਰੈਜ਼ੈਂਟੇਸ਼ਨ ਗਈ ਹੈ, ਜਿਹਦੇ ਵਿੱਚ ਉਹਨਾਂ ਨੂੰ ਇੱਕ ਬੜੀ ਐਗਜ਼ੌਸਟਿਵ ਲਿਸਟ ਦੀ ਡਿਮਾਂਡ ਕੀਤੀ ਗਈ ਹੈ। ਮੇਬੀ ਚਾਹੇ ਇਨਕਮ ਟੈਕਸ ਸਲੈਬ ਹੈ, ਜਾਂ ਮੇਬੀ ਮੇਰਾ ਬੈਂਕ ਇੰਟਰਸਟ ਫॉर ਦਿਸ ਪਾਰਟਿਕੂਲਰਲੀ ਲੋਕਡਾਊਨ 41 ਜਾਂ 45 ਡੇਜ਼, ਉਸ ਦਰਮਿਆਨ ਦਾ ਜੇ ਕੋਈ ਇੰਟਰਸਟ ਹੈ ਉਹਨੂੰ ਘਟਾਉਣ ਦਾ, ਉਹ ਹਾਲੀ ਸਰਕਾਰ ਤੱਕ ਪੈਂਡਿੰਗ ਹੈ। ਕੁਝ ਫਿਗਰਸ ਦੱਸ ਸਕਦੇ ਹੋ ਕਿ ਕਿੰਨੀ ਕੁ ਰਿਆਇਤ ਦੀ ਜ਼ਰੂਰਤ ਹੈਗੀ ਹੈ ਐਟਲੀਸਟ ਸਿਰਫ ਤੁਹਾਡੀ ਇੰਡਸਟਰੀ ਦੇ ਸੰਬੰਧ ਦੇ ਵਿੱਚ? ਦੇਖੋ ਅਸੀਂ ਬੈਂਕ ਇੰਟਰਸਟ ਨੂੰ ਜੇ ਅਕਾਊਂਟ ਕਰੀਏ, ਬੈਂਕ ਇੰਟਰਸਟ ਦੇ ਵਿੱਚ ਜੇ ਗਵਰਨਮੈਂਟ ਕੁਝ ਰਿਲੀਫ ਦੇ ਦੇ, ਮੇਬੀ 2%, 3% ਫॉर ਦਿਸ ਪਾਰਟਿਕੂਲਰ ਮੰਥ, ਮੈਂ ਨਹੀਂ ਕਹਿੰਦਾ ਕਿ ਬਈ ਤੁਸੀਂ ਲੌਂਗ ਟਰਮ ਚੱਲੋ, ਸਿਰਫ ਜਦ ਤੱਕ ਇੱਕ ਕੁਆਟਰ ਜਿਹੜਾ 90 ਡੇਜ਼ ਦਾ ਹੈ
ਉਹਦੇ 'ਚ ਬੈਂਕ ਇੰਟਰਸਟ ਤੁਸੀਂ 3-4% ਦਾ ਰਿਬੇਟ ਦੇ ਸਕਦੇ ਹੋ। ਤੁਸੀਂ ਜਿਹੜੇ ਸੈਲਰੀਜ਼ ਅਸੀਂ EMPLOYEES ਨੂੰ ਦੇ ਰਹੇ ਹਾਂ, ਤੁਸੀਂ ਉਹਦਾ ਸ਼ਡਿਊਲ ਕਰਕੇ ਤੁਸੀਂ ਉਹਨੂੰ ਇਨਕਮ ਟੈਕਸ ਦੇ ਵਿੱਚ ਜਿਹੜਾ ਉਹਦੀ ਐਗਜ਼ੈਂਪਸ਼ਨ ਲਿਆ ਸਕਦੇ ਹੋ। ਸੋ ਦੇਰ ਆਰ 100 ਥਿੰਗਸ ਟੈਕਨੀਕਲ ਵਿਚ ਗਵਰਨਮੈਂਟ ਕੈਨ ਡੂ, ਐਂਡ ਆਈ ਐਮ pretty sure ਕਿ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਉਹ ਇਸ ਮਾਮਲੇ ਨੂੰ ਗੌਰ ਨਾਲ ਸੋਚ ਕੇ ਕੋਈ ਨਾ ਕੋਈ ਸੋਲੂਸ਼ਨ ਦੇਗੀ। ਪਰ ਸੁਨੀਲ ਜੀ, ਜਿਹੜੀ ਤੁਸੀਂ ਲੇਬਰ ਦੀ ਗੱਲ ਕਰ ਰਹੇ ਹੋ ਕਿ ਲੇਬਰ ਦਾ ਜਾਣਾ ਇਹਨੂੰ ਰੋਕ ਨਹੀਂ ਪਾ ਰਹੀ ਇੰਡਸਟਰੀ, ਪਰ ਇਹਦਾ ਦੂਸਰਾ ਐਸਪੈਕਟ ਇਹ ਹੈਗਾ ਸੀਗਾ ਕਿ ਗਵਰਨਮੈਂਟ ਨੇ ਕਿਹਾ ਸੀ ਕਿ ਤੁਸੀਂ ਆਪਣੀ ਲੇਬਰ ਨੂੰ ਵੇਜਿਸ ਦਿਓ। ਕਿਆ ਇਹ ਕਾਰਨ ਹੈਗਾ ਕਿ ਵੇਜਿਸ ਦੇ ਨਹੀਂ ਪਾ ਰਹੇ ਇੰਡਸਟਰੀਜ਼? ਸ਼ਾਇਦ ਉਹਨਾਂ ਦੀ ਵੀ ਆਰਥਿਕ ਮਜਬੂਰੀ ਹੋ ਸਕਦੀ ਹੈ, ਇਹ ਵੀ ਕਾਰਨ ਹੈਗਾ ਕਿ ਲੇਬਰ ਜਾ ਰਹੀ ਹੈ। ਉਹਦੇ ਵਿੱਚ ਦੇਖੋ ਜੀ, ਦੋ ਇਸ਼ੂਜ਼ ਨੇ। ਇੱਕ ਤਾਂ ਗਵਰਨਮੈਂਟ ਦੀ ਇੰਸਟਰਕਸ਼ਨਸ ਹੈ ਕਿ ਤੁਸੀਂ 25% ਜਾਂ 33% ਲੇਬਰ ਨੂੰ ਨਾਲ ਲੈ ਕੇ ਕੰਮ ਕਰਨਾ ਹੈ, ਠੀਕ ਹੈ। ਤੇ ਓਬਵੀਅਸਲੀ ਜਦੋਂ ਤੁਸੀਂ 33% ਲੇਬਰ ਨੂੰ ਲੈ ਕੇ ਆਓਗੇ ਬਿਜ਼ਨਸ ਦੇ ਵਿੱਚ, ਤੇ ਤੁਸੀਂ ਉਹਨਾਂ ਨੂੰ ਆਈਦਰ ਯੂ ਪੇ them ਡਬਲ, ਤੁਸੀਂ ਜਾਂ ਤਾਂ ਉਹਨਾਂ ਨੂੰ ਡਬਲ ਦਿਓ, ਤੇ ਜਾਂ ਫਿਰ ਜਿਹੜੇ ਬੰਦੇ ਜਿਹੜੇ ਘਰ ਬੈਠੇ ਨੇ ਉਹਨਾਂ ਨੂੰ ਕੁਝ ਸੈਲਰੀ ਜੇ ਤੁਸੀਂ ਪੂਰੀ ਦਿੰਦੇ ਹੋ, ਤੇ ਜਿਹੜੇ ਬੰਦੇ ਕੰਮ ਕਰਨ ਆ ਰਹੇ ਨੇ ਉਹ ਇੱਕ ਚੈਲੰਜਿੰਗ ਇਸ਼ੂਜ਼ ਖੜੇ ਕਰ ਦਿੰਦੇ ਨੇ ਸਾਡੇ ਵਾਸਤੇ ਕਿ ਵੀ ਅਸੀਂ ਤਾਂ ਕੰਮ ਕਰ ਰਹੇ ਹਾਂ। ਸੋ ਇਟ ਨੀਡਸ ਟੂ ਫਾਰਮੂਲੇਟ ਸਮ ਪਾਲਿਸੀ ਔਨ ਦਿਸ। ਅਦਰਵਾਈਜ਼ ਕੀ ਹੈ ਕਿ ਉਹ ਕਨਫਿਊਜ਼ਨ ਹੈ, ਜਿਹੜਾ ਕੰਮ ਕਰਨ ਆ ਰਿਹਾ ਹੈ ਉਹਨੂੰ ਵੀ ਪੈਸੇ ਉਨੇ, ਜਿਹੜਾ ਨਹੀਂ ਆ ਰਿਹਾ ਉਹਨੂੰ ਵੀ ਪੈਸੇ ਉਨੇ, ਉਹ ਕਨਫਿਊਜ਼ਨ ਸੀਗੀ। ਇਹ ਤਾਂ ਲੱਗਦਾ ਕਿ ਤੁਹਾਨੂੰ ਇੱਕ ਹੋਰ ਚੀਜ਼ ਜਿਹੜੀ ਦੱਸ ਦਾਂਗਾ ਕਿ ਦੇਖੋ, ਜੇ ਅਸੀਂ ਲੋਕਡਾਊਨ ਨੂੰ ਐਕਸਟੈਂਡ ਕਰਦੇ ਗਏ ਜਾਂ ਸਾਡੀ ਇਕਨੋਮਿਕਸ ਐਕਟੀਵਿਟੀਜ਼ ਨਹੀਂ ਚੱਲੀਆਂ, the major issues will come for the exporters also। ਅਸੀਂ ਵੀ ਐਕਸਪੋਰਟ ਕਰਦੇ ਹਾਂ ਕਿਉਂਕਿ ਸਾਡੇ ਨੇਬਰਿੰਗ ਕੰਟਰੀਜ਼, ਚਾਹੇ ਵੀਅਤਨਾਮ ਹੈ ਚਾਹੇ ਚਾਈਨਾ ਹੈ, ਇਹਨਾਂ ਨੇ ਆਪਣੀਆਂ ਐਕਟੀਵਿਟੀਜ਼ ਜਿਹੜੀਆਂ ਉਹ ਸ਼ੁਰੂ ਕਰਤੀਆਂ। ਸੋ ਫਿਰ ਜਿਹੜੇ ਆਰਡਰਸ ਨੇ ਸਾਡੇ, ਉਹ ਜਿਹੜੇ ਨੇ ਦੇ ਵਿਲ ਸ਼ਿਫਟ ਟੂ ਅਦਰ ਕੰਟਰੀਜ਼, ਨੇਬਰਿੰਗ ਕੰਟਰੀਜ਼, ਜਿੱਥੇ ਕਿ ਇਕਨੋਮਿਕ ਐਕਟੀਵਿਟੀਜ਼ ਨਾਰਮਲਾਈਜੇਸ਼ਨ ਸਾਡੇ ਤੋਂ ਥੋੜੀ ਪਹਿਲੇ ਹੋ ਗਈ। ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਜੇ ਇੱਥੇ ਸਟੇਬਿਲਿਟੀ ਨਾ ਆਏ। ਪਰ ਸੁਨੀਲ ਜੀ, ਜਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਸਪੈਸੀਫਿਕਲੀ ਅਗਰ ਤੁਸੀਂ ਮੈਂਸ਼ਨ ਕਰ ਸਕੋ ਜਿੱਥੇ ਐਕਸਪੋਰਟ ਹੋ ਰਿਹਾ ਪੇਪਰ, ਪੰਜਾਬ ਤੋਂ ਹੋ ਰਿਹਾ ਜਾਂ ਤੁਹਾਡੀ ਮਿਲ ਤੋਂ ਹੋ ਰਿਹਾ, ਕਿਹੜੀਆਂ ਸਪੈਸੀਫਿਕ ਥਾਵਾਂ 'ਤੇ ਹੋ ਰਿਹਾ, ਔਰ ਜਿਹੜੇ ਐਕਸਪੋਰਟ ਆਰਡਰ ਹੈਗੇ ਸੀ ਬਣੇ ਹੋਏ ਪਹਿਲੇ, ਜਿਹੜੇ ਤਿਆਰ ਆਰਡਰ ਸੀਗੇ ਕੁਛ ਜਿਹੜੇ ਹੋ ਜਾਣੇ ਸੀ ਐਕਸਪੋਰਟ, ਉਹਨਾਂ ਦਾ ਹੁਣ ਕਿੰਨਾ ਕੁ ਡੈਮੇਜ ਹੈਗਾ? ਦੇਖੋ, ਜਿਹੜੇ ਆਲਰੇਡੀ ਪਹਿਲੇ ਪਿਛਲੇ ਮਹੀਨੇ ਦੇ ਐਕਸਪੋਰਟ ਕੰਸਾਈਨਮੈਂਟ ਸੀ, ਚਾਹੇ ਉਹ ਸ਼੍ਰੀਲੰਕਾ ਦੀ ਸੀ, ਚਾਹੇ ਉਹ ਬੰਗਲਾਦੇਸ਼ ਦੀ ਸੀ, ਚਾਹੇ ਉਹ UAE ਦੀ ਸੀ, ਤੇ ਉਹ ਜਿੰਨੀਆਂ ਵੀ ਕੰਸਾਈਨਮੈਂਟ ਸੀ, ਕਿਉਂਕਿ ਇਹ ਸਡਨ ਲੋਕਡਾਊਨ ਹੋਇਆ ਜੀ, ਐਕਸਪੋਰਟ ਦਾ ਤੁਸੀਂ ਮਾਲ ਬਣਾਉਣਾ ਹੁੰਦਾ, ਤੁਸੀਂ 15-20 ਦਿਨ ਦੀ ਪ੍ਰੋਡਕਸ਼ਨ ਕਰਕੇ ਆਪਣੇ ਕੋਲ ਰੱਖਦੇ ਹੋ। ਉਹ ਸਡਨ ਲੋਕਡਾਊਨ ਹੋਣ ਕਰਕੇ ਉਹ ਸਾਰੀ ਪ੍ਰੋਡਕਸ਼ਨ ਜਿਹੜੀ ਆ ਉਹ ਸਾਡੀ ਸਟੈਂਡ ਸਟਿਲ ਹੋ ਗਈ। ਉਸ ਤੋਂ ਬਾਅਦ ਹੁਣ ਉਹਨਾਂ ਦੀ ਕੰਟਰੀਜ਼ ਦੇ ਵਿੱਚ ਜਦੋਂ ਲੋਕਡਾਊਨ ਇਨਫੋਰਸ ਹੋਇਆ, ਤੇ ਉਹਨਾਂ ਨੇ ਆਪਣੇ ਕਿਸੇ ਨੇ ਐਕਸਪੋਰਟਸ ਦੇ ਆਰਡਰ ਕੈਂਸਲ ਕਰਤੇ, ਕੋਈ ਉਹਨੂੰ ਮਤਲਬ ਫਾਈਨੈਂਸ਼ੀਅਲ ਇਸ਼ੂਜ਼ ਦੇ ਲੈ ਕੇ ਬੈਠ ਗਿਆ। ਬਟ ਹੁਣ ਉਹਨਾਂ ਦੇ ਨਾਰਮਲ ਹੋ ਰਹੇ ਨੇ, ਲੇਕਿਨ ਉਹਦੇ 'ਚ ਹੀ ਸਾਨੂੰ ਹਾਲੀ ਹੋਰ ਚੈਲੰਜ ਹੈ, ਕਿਉਂਕਿ ਤੁਸੀਂ ਦੇਖੋ ਜਿੰਨੇ ਵੀ ਇੰਪੋਰਟਰ ਜਾਂ ਐਕਸਪੋਰਟਰ ਨੇ, ਉਹਨਾਂ ਦੇ ਇੰਪੋਰਟ ਜਾਂ ਐਕਸਪੋਰਟ ਦੇ ਕੰਟੇਨਰਸ ਜਿਹੜੇ ਨੇ ਉਹ ਸਾਰੇ ਚੌਕੋ ਬਲੌਕ, ਚਾਹੇ ਤੁਹਾਡਾ ਲੁਧਿਆਣਾ ਪੋਰਟ ਹੈ, ਚਾਹੇ ਤੁਹਾਡਾ ਗੁਜਰਾਤ ਦਾ ਮੁੰਦਰਾ ਪੋਰਟ ਹੈ, ਉੱਥੇ ਆਲਰੇਡੀ ਸਾਰੇ ਬੰਦ ਪਏ ਨੇ। ਇਸ ਕਰਕੇ ਭੇਜਣਾ ਵੀ ਸਾਨੂੰ ਵਾਸਤੇ ਕੀ ਚੈਲੰਜ ਹੈ। ਪਰ ਜਿਹੜੀ ਇੱਥੇ ਸਟੋਰੇਜ ਹੈਗੀ ਹੈ ਉਹ ਸਾਰੇ ਕੰਸਾਈਨਮੈਂਟ ਦੀ, ਉਹ ਇੱਕ ਵੱਖਰਾ ਇਸ਼ੂ ਹੈਗਾ, ਕਿਉਂਕਿ ਸਟੋਰੇਜ ਜਿਹੜਾ ਤੁਸੀਂ ਗੱਲ ਕੀਤੀ ਹੈ, ਸਡਨ ਲੋਕਡਾਊਨ ਸੀਗਾ, ਸਟੋਰੇਜ ਜਿਹੜੀ ਮਟੀਰੀਅਲ ਹੈਂਡਲਿੰਗ ਹੈਗੀ ਹੈ ਉਹ ਇੱਕ ਵੱਖਰੀ ਚੁਣੌਤੀ ਬਣੀ ਹੋਈ ਹੈ। ਤੁਹਾਨੂੰ ਲੈ ਕੇ ਉਹ ਸਥਿਤੀ ਕੀ ਹੈਗੀ ਹੈ? ਦੇਖੋ, ਸਾਡੇ ਆਲਰੇਡੀ ਕੁਝ ਗੋਡਾਊਨਸ ਜਿਹੜੇ ਸੀ ਉਹ ਫੁੱਲ ਸੀ, ਇਸੇ ਕਰਕੇ ਅਸੀਂ ਆਲਰੇਡੀ ਆਪਣੇ ਜਿਹੜੇ ਪਲਾਂਟ ਸੀ ਉਹ ਬੰਦ ਕਰ ਦਿੱਤੇ। ਸੋ ਟਿਲ ਦਾ ਟਾਈਮ ਸਾਡਾ ਜਦੋਂ ਤੱਕ ਸਟਾਕ ਨਹੀਂ ਜਾਂਦਾ ਬਾਹਰ, ਵੀ ਵਿਲ ਨਾਟ ਬੀ ਇਨ ਅ ਪੋਜੀਸ਼ਨ ਟੂ ਸਟਾਰਟ ਦ ਮਸ਼ੀਨ। ਔਰ ਮਸ਼ੀਨ ਤਾਂ ਹੀ ਸਟਾਰਟ ਕਰਾਂਗੇ ਕਿਉਂਕਿ ਇਹਨਾਂ ਦੀ ਪ੍ਰੋਡਕਸ਼ਨਸ ਜਿਹੜੀਆਂ ਨੇ ਉਹ ਇੱਕ ਲੈਵਲ ਹੁੰਦੀ ਹੈ ਜਦ ਤੱਕ ਤੁਹਾਡਾ ਸਪਲਾਈ ਚੇਨ ਨਹੀਂ ਸੈੱਟ ਹੋਏਗਾ। ਸਪਲਾਈ ਚੇਨ ਦਾ ਮਤਲਬ ਤੁਹਾਡੇ ਜਿਹੜੇ ਡੀਲਰਸ ਨੇ, ਤੁਹਾਡੇ ਜਿਹੜੇ ਪ੍ਰਿੰਟਰਸ ਨੇ, ਤੁਹਾਡੇ ਜਿਹੜੇ ਪੈਕਰਸ ਨੇ, ਉਹ ਜਿਹੜੇ ਰੈੱਡ ਜ਼ੋਨਸ 'ਚ ਨੇ ਜਾਂ ਕਿੱਥੇ ਨੇ, ਉਹ ਕਲੈਰਿਟੀ ਆਉਂਦੇ ਮੇਰਾ ਖਿਆਲ ਹੈ ਆਪਾਂ ਨੂੰ ਹਫ਼ਤਾ 10 ਦਿਨ ਦੀ ਵੇਟ ਕਰਨੀ ਪਏਗੀ। ਪਰ ਜਿਹੜੇ ਲੋਅਰ ਕਨੈਕਸ਼ਨਸ ਹੁੰਦੇ ਨੇ, ਜਿਹੜਾ ਜਿਸ ਤਰ੍ਹਾਂ ਦੀ ਖੰਨਾ ਪੇਪਰ ਮਿਲ ਹੈਗੀ ਹੈ ਜਾਂ ਹੋਰ ਮਿਲਸ ਹੈਗੀਆਂ ਨੇ ਇਸ ਤਰ੍ਹਾਂ ਦੀਆਂ ਦੇਸ਼ ਦੇ ਵਿੱਚ, ਉਹਨਾਂ ਦਾ ਜਿਹੜਾ ਆਪਦੇ ਖਰਚੇ ਜਿਹੜੇ ਹੁੰਦੇ ਨੇ, ਜਿਹੜੇ ਉਹ ਰੈਗੂਲਰ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਇੱਕ ਮੰਨਿਆ ਜਾਂਦਾ ਕਿ ਇਲੈਕਟ੍ਰਿਸਿਟੀ ਬੜਾ ਵੱਡਾ ਆਸਪੈਕਟ ਹੁੰਦਾ, ਲੋਅਰ ਕਨੈਕਸ਼ਨਸ ਜਿਹਨਾਂ ਨੂੰ ਆਪਾਂ ਬੋਲਦੇ ਹਾਂ, ਉਹਨਾਂ ਨੂੰ ਲੈ ਕੇ ਕੀ ਸਥਿਤੀ ਹੈਗੀ ਹੈ? ਕਿਉਂਕਿ ਸਰਕਾਰ ਵੱਲੋਂ ਇੱਕ ਰਿਆਇਤ ਦਿੱਤੀ ਗਈ ਹੈਗੀ ਹੈ। ਤੁਹਾਡੀ ਕਰੰਟ ਸਿਚੁਏਸ਼ਨ ਕੀ ਹੈਗੀ? ਦੇਖੋ, ਸਾਡੀ ਕਰੰਟ ਸਿਚੁਏਸ਼ਨ ਇਸ ਤਰ੍ਹਾਂ ਕਿ ਸਾਡੀ ਪਾਵਰ ਜਨਰੇਸ਼ਨ ਜਿਹੜੀ ਆ ਉਹ ਆਪਣੀ ਹੈ, ਸਟੇਟ ਤੋਂ ਪਾਵਰ ਨਹੀਂ ਲੈਂਦੇ। ਇਸ ਕਰਕੇ ਮੈਂ ਤਾਂ ਆਲਰੇਡੀ ਜਦੋਂ ਦਾ ਬਿੱਲ ਬੰਦ ਸੀ ਉਦੋਂ ਬੰਦ ਕਰ ਦਿੱਤੀ। ਬਟ ਯੈਸ, ਦੇਰ ਆਰ ਕੰਜ਼ਿਊਮਰਸ ਜਿਨ੍ਹਾਂ ਨੂੰ ਸਰਕਾਰ ਨੇ ਇੱਕ ਵਧੀਆ ਰਿਆਇਤ ਦਿੱਤੀ ਹੈ, ਔਰ ਜੇ ਉਹ ਰਿਆਇਤ ਮਿਲ ਜਾਏਗੀ ਤਾਂ ਇੱਕ ਬੜਾ ਵਧੀਆ ਉਪਰਾਲਾ ਹੋਊਗਾ।
ਪਰ ਸੁਨੀਲ ਜੀ ਜਿਹੜੇ ਲੇਬਰਸ ਦਾ ਮੈਂ ਇਸ਼ੂ ਦੀ ਦੁਬਾਰਾ ਗੱਲ ਕਰਨਾ ਚਾਹੁੰਦਾ, ਇੱਕ ਜ਼ਿਕਰ ਹੋ ਰਿਹਾ, ਮਤਲਬ ਉਹ ਦੇਸ਼ ਭਰ ਦੇ ਵਿੱਚ ਇੱਕ ਨਵਾਂ ਡਿਸਕੋਰਸ ਖੜਾ ਹੋ ਰਿਹਾ ਕਿ ਕਾਫੀ ਸਮੇਂ ਤੋਂ ਜਿਹੜੇ ਲੇਬਰਸ ਦਾ ਪੈਸਾ ਹੁੰਦਾ, PF ਦਾ ਪੈਸਾ ਹੁੰਦਾ, ESI ਦਾ ਪੈਸਾ ਹੁੰਦਾ, ਉਹਨੂੰ ਇਸ ਸਮੇਂ ਇਸਤੇਮਾਲ ਕੀਤਾ ਜਾ ਸਕਦਾ ਹੈਗਾ। ਉਹ ਇੱਕ ਵੱਡੀ ਰਿਆਇਤ ਹੋਏਗੀ, ਉਹ ਬੋਝ ਵੀ ਨਹੀਂ ਪਏਗਾ ਉਦਯੋਗਪਤੀਆਂ ਦੇ ਉੱਤੇ, ਬੋਝ ਵੀ ਨਹੀਂ ਪਏਗਾ, ਅਤੇ ਉਹਨਾਂ ਨੂੰ ਰਿਆਇਤ ਵੀ ਮਿਲੇਗੀ ਲੇਬਰਸ ਨੂੰ। ਤੁਹਾਨੂੰ ਕੀ ਰਾਏ ਹੈਗੀ ਇਸ ਚੀਜ਼ ਦੇ ਉੱਤੇ? ਕਿਉਂਕਿ ਉਹ ਪੈਸਾ ਕਈ ਵਾਰੀ ਲੇਬਰ ਸਾਰੀ ਜ਼ਿੰਦਗੀ ਮਜ਼ਦੂਰੀ ਕਰਦੇ ਮਰ ਜਾਂਦੇ, ਪੈਸਾ ਹੀ ਨਹੀਂ ਕਢਵਾ ਪਾਉਂਦੇ ਉੱਥੋਂ ਆਪਣਾ। ਇਹ ਬਿਲਕੁਲ ਠੀਕ ਹੈ ਜੀ। ਜੇ ਕੋਈ ਗਵਰਨਮੈਂਟ ਆਫ ਇੰਡੀਆ, ਦੇਖੋ ਇਹ ਪਾਲਿਸੀ ਗਵਰਨਮੈਂਟ ਆਫ ਇੰਡੀਆ ਦੇ ਲੈਵਲ ਦੀ ਹੈ, ਆਲਰੇਡੀ ਰਿਪਰੈਜ਼ੈਂਟੇਸ਼ਨ ਉਹਨਾਂ ਨੂੰ ਵੱਖ-ਵੱਖ ਅਦਾਰਿਆਂ ਤੋਂ ਜਾ ਚੁੱਕੀ ਹੈ, ਔਰ ਜੇ ਸਰਕਾਰ ਇਹ ਕਰਦੀ ਹੈ, ਸਰਕਾਰ ਨੂੰ ਬੇਸਿਕਲੀ ਕਰਨਾ ਪਏਗਾ, ਬਿਕੋਜ਼ ਅਦਰਵਾਈਜ਼ ਜਿਹੜੀ ਇੰਡਸਟਰੀ ਹੈ, ਸਰਕਾਰ ਨੂੰ ਚਾਹੇ ESI ਚਾਹੇ ਪ੍ਰੋਵੀਡੈਂਟ ਫੰਡ ਦੇ ਵਿੱਚ ਜਿਹੜਾ ਅਨਯੂਟਿਲਾਈਜ਼ਡ ਪੈਸਾ ਹੈ, ਦੇਖੋ ਅਸੀਂ ਬੰਦਾ ਨਾਰਮਲੀ ਇੰਸ਼ੋਰੈਂਸ ਕਿਉਂ ਕਰਾਉਂਦਾ ਕਿ ਉਹ ਕਦੀ ਬਿਮਾਰ ਹੋਏਗਾ। ਜਦੋਂ ESI ਦੀ ਫੈਸਿਲਿਟੀ ਹੁੰਦੀ ਹੈ, ਉਹ ਕਹਿੰਦਾ ਜੀ ਮੈਂ ਕਦੀ ਬਿਮਾਰ ਹੋਵਾਂਗਾ, ਮੈਨੂੰ ਇਹ ਫੈਸਿਲਿਟੀ ਮਿਲੇਗੀ, ਤੇ ਆਪਾਂ ਇਹ ਸਮਝ ਸਕਦੇ ਹਾਂ ਕਿਉਂਕਿ ਇਹ ਵੀ ਇੱਕ ਬਿਮਾਰੀ ਹੈ, ਤੇ ਅਸੀਂ ਇੱਕ ਮਹੀਨੇ ਦੀ ਜੇ ਸੈਲਰੀ ਉਸ ਫੰਡ ਤੋਂ ਦਵਾ ਦਈਏ ਤਾਂ ਮੇਰਾ ਖਿਆਲ ਹੈ ਛੋਟੇ ਉਦਯੋਗਾਂ ਨੂੰ ਤੇ ਵੱਡੇ ਉਦਯੋਗਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਜਿਹੜੇ ਲੋਕਡਾਊਨ ਜਾਂ ਪੋਸਟ ਲੋਕਡਾਊਨ ਦੇ ਦਰਮਿਆਨ ਜੋ ਉਦਯੋਗ ਕਾਰੋਬਾਰ ਖੁੱਲ ਰਹੇ ਨੇ ਜਾਂ ਉਹਦੀ ਸੰਭਾਵਨਾ ਸਥਿਤੀ ਹੈਗੀ ਹੈ, ਉਹਨੂੰ ਲੈ ਕੇ ਤੁਹਾਡੀ ਅਸੈਸਮੈਂਟ ਕੀ ਹੈਗੀ ਹੈ? ਤੁਸੀਂ ਕੀ ਸੋਚ ਰਹੇ ਹੋ ਉਸ ਚੀਜ਼ ਨੂੰ ਲੈ ਕੇ? ਦੇਖੋ, ਮੈਂ ਇਹ ਸੋਚਦਾ ਕਿ ਇਹ ਸਾਰੇ ਪ੍ਰੋਸੈਸ ਨੂੰ ਜਦ ਤੱਕ ਚਾਹੇ ਐਂਡ ਕੰਜ਼ਿਊਮਰ ਤੱਕ ਮਾਰਕੀਟ ਨਹੀਂ ਖੁੱਲੇਗੀ, ਇਹ ਇੱਕ ਕੁਆਇਟ ਚੈਲੰਜਿੰਗ ਪੀਰੀਅਡ ਰਹੇਗਾ, ਕਿਉਂਕਿ ਮੈਨੂੰ ਜਿਹੜਾ ਲੱਗ ਰਿਹਾ ਕਿ ਜੀ ਜਿਹੜਾ ਸਾਡਾ ਪਹਿਲਾ ਫਿਸਕਲ ਕੁਆਟਰ ਹੈ ਉਹ ਆਲਰੇਡੀ ਜਿਹੜਾ ਲਾਸ 'ਚ ਚਲਾ ਗਿਆ। ਹੁਣ ਜਿਹੜਾ ਸੈਕਿੰਡ ਫਿਸਕਲ ਅਪਕਮਿੰਗ ਕੁਆਟਰ ਹੈ, ਮੈਨੂੰ ਲੱਗ ਰਿਹਾ ਕਿ ਉਹ ਜੇ ਇਹ ਸਾਰੀ ਪ੍ਰੋਸੈਸਿਸ ਨਹੀਂ ਸੈੱਟ ਹੋਏ, ਕਿਉਂਕਿ ਇਹ ਬੜਾ ਵੱਡਾ ਮੁਲਕ ਹੈ ਜੀ, ਕਿਸੇ ਇੰਜੀਨੀਅਰ ਨੇ ਜਾਣਾ, ਕਿਸੇ ਨੇ ਆਉਣਾ, ਕਿਸੇ ਵਪਾਰੀ ਨੇ ਵੀ ਆਉਣਾ, ਤੁਹਾਡੀ ਫੈਕਟਰੀ, ਕਿਸੇ ਨੇ ਟਰਾਂਸਪੋਰਟੇਸ਼ਨ ਵੀ ਖੁੱਲ੍ਹਣੀ ਹੈ, ਕਿਸੇ ਨੇ ਟ੍ਰੇਨ 'ਚ ਵੀ ਜਾਣਾ, ਕਿਸੇ ਨੇ ਜਹਾਜ਼ 'ਚ ਵੀ ਜਾਣਾ, ਤਾਂ ਉਹ ਸਾਰਾ ਪ੍ਰੋਸੈਸ ਜੇ ਗਵਰਨਮੈਂਟ ਕੋਲ ਕੋਈ ਪਲਾਨ ਵਧੀਆ ਹੋਏਗਾ ਤਾਂ 3 ਮਹੀਨੇ ਮੈਨੂੰ ਲੱਗਦਾ ਹੋਰ ਹੋਣਗੇ। ਸੋ ਦਿਸ ਮੀਨਸ ਕਿ ਆਵਰ 2 ਫਾਈਨੈਂਸ਼ੀਅਲ ਕੁਆਟਰ ਜਿਹੜੇ ਨੇ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਇਹ ਪੂਰਾ ਦਾ ਸਾਲ ਜਿਹੜਾ ਉਹ ਨੋ ਪ੍ਰੋਫਿਟ ਨੋ ਲਾਸ ਤੇ ਵੀ ਜੇ ਕੋਈ ਇੰਡਸਟਰੀ ਕੱਢ ਜਾਏ ਤਾਂ ਬਹੁਤ ਵੱਡੀ ਗਨੀਮਤ ਹੈ ਜੀ। ਬਹੁਤ ਵੱਡੀ ਗਨੀਮਤ ਹੈਗੀ ਹੈ। ਪਰ ਜਦੋਂ ਤੁਹਾਡੇ ਕੋਲ ਮੈਨ ਫੋਰਸ ਦੀ ਘਾਟ ਹੈਗੀ ਹੈ, ਉਸ ਚੀਜ਼ ਦਾ ਵੈਕਿਊਮ ਜਿਹੜਾ ਉਹ ਪੂਰਾ ਕੌਣ ਕਰੇਗਾ? ਕਿਉਂਕਿ ਕਈ ਸਾਰੇ ਉਦਯੋਗਪਤੀਆਂ ਦੇ ਨਾਲ ਅਸੀਂ ਹੋਰਨਾਂ ਨਾਲ ਵੀ ਗੱਲ ਕਰਦੇ ਹਾਂ, ਉਹ ਕਹਿੰਦੇ ਉਹਨਾਂ ਦਾ ਇੱਕ ਰਾਏ ਹੈਗਾ ਕਿ ਕੁਛ ਪੰਜਾਬ ਦੇ ਜਿਹੜੇ ਆਪਦੇ ਸੂਬੇ ਦੇ ਲੋਕ ਨੇ, ਕੋਈ ਛੋਟੇ ਕੰਮ ਉਹ ਕਰਨਾ ਨਹੀਂ ਚਾਹੁੰਦੇ। ਪੰਜਾਬ ਦੇ ਲੋਕ ਉਸ ਚੀਜ਼ ਦੇ ਵਿੱਚ ਕਈ ਵਾਰ ਝਿਜਕ ਮਹਿਸੂਸ ਕਰਦੇ ਨੇ। ਉਹ ਕੰਮ ਅਸੀਂ ਦੂਸਰੇ ਸੂਬਿਆਂ ਦੀ ਲੇਬਰ ਤੋਂ ਆਸਾਨੀ ਨਾਲ ਕਰਵਾ ਲੈਂਦੇ ਸੀਗੇ। ਪੇਪਰ ਉਦਯੋਗ ਦੇ ਵਿੱਚ ਕੀ ਸਥਿਤੀ ਹੈਗੀ ਇਸ ਚੀਜ਼ ਨੂੰ ਲੈ ਕੇ? ਉਹਦਾ ਬਦਲ ਕੀ ਹੈ ਤੁਹਾਡੇ ਕੋਲੇ? ਪੇਪਰ ਉਦਯੋਗ 'ਚ ਜਿਹੜੀ ਹੈ ਆਪਣੇ ਕੋਲ ਵੀ ਮਾਈਗ੍ਰੈਂਟ ਲੇਬਰ ਜਿਹੜੀ ਹੈ ਉਹ 50-60% ਹੁੰਦੀ ਹੈ, ਔਰ ਇੱਕ ਪੰਜਾਬ ਦਾ ਨਹੀਂ, ਇਹ ਕਾਫੀ ਸੂਬਿਆਂ ਦਾ ਇੱਕ ਪੈਟਰਨ ਹੈ ਲੇਬਰ ਦਾ। ਤੇ ਕਿਉਂਕਿ ਤੁਹਾਡੀ ਜਿਹੜੀ ਇੱਥੋਂ ਦੀ ਲੇਬਰ ਹੈ ਉਹਦੇ ਕੋਲ ਹੋਰ ਕੋਈ ਐਡੀਸ਼ਨਲ ਕੰਮ ਹੁੰਦੇ ਨੇ ਤੇ ਸਾਨੂੰ ਜਿਹੜੀ ਸ਼ਾਰਟੇਜ ਮਿਲਦੀ ਹੈ ਉਹ ਬਾਹਰੋਂ ਲੈਂਦੇ ਆ। ਬਟ ਯੈਸ, ਇਹ ਕਨਫਿਊਜ਼ਨ ਜਿਹੜੀ ਹੈ, ਇਹ ਕਨਫਿਊਜ਼ਨ ਸਾਨੂੰ 25 ਤੋਂ 30% ਜਿਹੜਾ ਹੈ ਲੇਬਰ ਕ੍ਰਾਈਸਿਸ ਵੀ ਸਾਡੇ ਅੱਗੇ ਲੈ ਕੇ ਆਏਗੀ, ਕਿਉਂਕਿ ਹਾਲ ਹੀ ਫਿਲਹਾਲ ਇਸ ਕਰਕੇ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਜਿੰਨੇ ਵੀ ਉਦਯੋਗ ਨੇ, ਜਿੰਨੇ ਵੀ ਯੂਨਿਟਸ ਨੇ, ਉਹ ਆਲਰੇਡੀ ਆਪਣੀ 25% ਕਪੈਸਿਟੀ ਤੇ ਚੱਲਦੇ ਪਏ ਨੇ। ਤੇ ਤੁਸੀਂ ਜਦੋਂ ਤੁਸੀਂ ਫੁੱਲ ਕਪੈਸਿਟੀ ਤੇ ਜਾਓਗੇ ਤਾਂ ਫਿਰ ਤੁਹਾਨੂੰ ਕੀ ਚੈਲੰਜ ਆ ਜਾਏਗਾ ਨਾਲ। ਪਰ ਸੁਨੀਲ ਜੀ, ਕਿਆ ਇਹ ਓਪਰਚੁਨਿਟੀ 'ਚ ਕਨਵਰਟ ਹੋ ਸਕਦਾ ਹੈ ਕ੍ਰਾਈਸਿਸ, ਕਿ ਜਿਹੜੇ ਪੰਜਾਬ ਦੇ ਲੋਕ ਹੈਗੇ ਨੇ ਜਾਂ ਪੰਜਾਬ ਦੇ ਜਿਹੜੇ ਦਿਹਾੜੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲੇ ਲੋਕ ਹੈਗੇ ਨੇ, ਉਹਨਾਂ ਦੇ ਲਈ ਪੰਜਾਬ ਦੇ ਉਦਯੋਗਿਕ ਖੇਤਰ ਦੇ ਵਿੱਚ ਨਵੀਂ ਸੰਭਾਵਨਾ ਜਾਂ ਨਵੀਂ ਓਪਰਚੁਨਿਟੀ ਪੈਦਾ ਹੋ ਸਕਦੀ ਹੈ ਜੇ ਮਾਈਗ੍ਰੈਂਟ ਲੇਬਰ ਇੱਥੇ ਨਹੀਂ ਹੁੰਦੀ? ਕਿਆ ਇਹ ਕ੍ਰਾਈਸਿਸ ਓਪਰਚੁਨਿਟੀ 'ਚ ਕਨਵਰਟ ਹੋ ਸਕਦਾ? ਦੇਖੋ, ਇਹ ਕ੍ਰਾਈਸਿਸ ਓਪਰਚੁਨਿਟੀ 'ਚ ਬਿਲਕੁਲ ਹੋ ਸਕਦਾ ਹੈ। ਜਿਹੜਾ ਬੰਦਾ ਕੰਮ ਕਰਨਾ ਚਾਹੇਗਾ ਉਹਦੇ ਕੋਲ ਰੋਜ਼ਗਾਰ ਦੇ, ਮੈਂ ਤੁਹਾਨੂੰ ਆਲਰੇਡੀ ਕਿਹਾ ਸੀ ਕਿ ਜਦੋਂ ਵੀ ਸ਼ੁਰੂ ਹੋਇਆ ਕਿ ਲਾਈਫ ਜਿਹੜੀ ਹੈ ਉਹ ਰੀਸੈਟ ਹੋ ਜਾਏਗੀ। ਹੁਣ ਉਸ ਤਰ੍ਹਾਂ ਕੰਮ ਨਹੀਂ ਚੱਲੇਗਾ ਜਿਸ ਤਰ੍ਹਾਂ ਆਪਾਂ ਪਹਿਲੇ ਕਰਦੇ ਸੀ। ਹਰ ਚੀਜ਼ ਦੇ ਵਿੱਚ ਤੁਸੀਂ ਬਦਲਾਵ ਦੇਖੋਗੇ, ਚਾਹੇ ਇੰਡਸਟਰੀ ਹੈ, ਚਾਹੇ ਲੇਬਰ ਹੈ, ਚਾਹੇ ਯਾਤਰਾ ਹੈ, ਚਾਹੇ ਹੋਟਲ ਹੈ। ਤਾਂ ਮੈਂ ਸਮਝਦਾ ਕਿ ਜਿਹੜੇ ਬੰਦੇ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਵਾਸਤੇ ਇੱਕ ਬੜੀ ਵਧੀਆ ਓਪਰਚੁਨਿਟੀ ਵੀ ਆਏਗੀ। ਉਹ ਆਪਣੇ ਆਪ ਨੂੰ ਗੇਅਰਡ ਅਪ ਕਰਕੇ ਜਾਂ ਕੋਈ ਜਿੱਥੇ ਟੈਕਨੀਕਲ ਜੌਬ ਹੈ ਉਹਦੇ 'ਚ ਬਿਲਕੁਲ ਕੁਆਲੀਫਾਈ ਕਰਨਗੇ। ਪੰਜਾਬ ਨੂੰ ਤੇ ਆਪਾਂ ਨੂੰ ਵੈਸੇ ਵੀ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ, ਜਿਹੜੇ ਪੰਜਾਬੀ ਬੰਦਿਆਂ ਨੂੰ ਪ੍ਰਾਥਮਿਕਤਾ ਤੇ ਦੇਣੀ ਚਾਹੀਦੀ ਹੈ। ਪਰ ਦੂਸਰੇ ਨਜ਼ਰੀਏ ਤੋਂ ਇਹਦਾ ਦੂਸਰਾ ਐਸਪੈਕਟ ਨੂੰ ਤੁਸੀਂ ਕੀ ਸਮਝਦੇ ਹੈਗੇ ਹੋ? ਇਹ ਓਪਰਚੁਨਿਟੀ ਹੋ ਸਕਦੀ ਹੈ ਵਰਕਿੰਗ ਕਲਾਸ ਦੇ ਲਈ, ਜਿਹੜਾ ਇੰਪਲੋਇਰ ਹੈਗਾ, ਜਿਨ੍ਹਾਂ ਨੇ ਤੁਸੀਂ ਲੋਕਾਂ ਨੇ ਜਿਨ੍ਹਾਂ ਨੇ ਜੌਬਸ ਦੇਣੀਆਂ ਹੈਗੀਆਂ, ਉਹਨਾਂ ਦੇ ਲਈ ਕੀ ਸਿਚੁਏਸ਼ਨ ਹੈਗੀ ਹੈ? ਕੀ ਉਹਨਾਂ ਦੇ ਲਈ ਕ੍ਰਾਈਸਿਸ ਵੱਖਰਾ ਖੜਾ ਹੋ ਸਕਦਾ ਜਾਂ ਉਹਨਾਂ ਦੇ ਲਈ ਫਾਇਦਾ ਕਿ ਸਾਨੂੰ ਸਸਤੀ ਲੇਬਰ ਮਿਲੇਗੀ, ਜਾਂ ਸਾਡੇ ਲਈ ਲੇਬਰ ਦੇ ਵਰਕਫੋਰਸ ਦੇ ਰੇਟ ਵੱਧ ਜਾਣਗੇ ਕਿਉਂਕਿ ਤੁਸੀਂ ਪਹਿਲੇ ਇੱਕ ਇਕਨੋਮਿਕ ਕਰੰਚ 'ਚੋਂ ਨਿਕਲਣਾ? ਦੇਖੋ, ਲੇਬਰ ਦੇ ਜਿਹੜੇ ਵੀ ਰੇਟਸ ਨੇ ਉਹ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਪੰਜਾਬ ਦੀ ਨੋਟੀਫਿਕੇਸ਼ਨ ਦੇ ਨਾਲ ਚੱਲਦੇ ਨੇ।
ਇਸ ਮੌਕੇ ਦੇ ਉੱਤੇ ਜੋ ਤੁਸੀਂ ਲੇਬਰ ਦੇ ਨਾਲ ਪਲੱਸ ਮਾਈਨਸ, ਕਿਉਂਕਿ ਇਸ ਸਿਚੁਏਸ਼ਨ ਨੂੰ ਦੇਖ ਕੇ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਇੱਕ ਇਨਸਾਨਾਂ ਨਾਲ ਡੀਲ ਕਰ ਰਹੇ ਹੋ, ਤੁਸੀਂ ਮਸ਼ੀਨ ਨਾਲ ਡੀਲ ਨਹੀਂ ਕਰ ਰਹੇ। ਤੇ ਮੈਂ ਸਮਝਦਾ ਕਿ ਇਹ ਹਰ ਇੰਡਸਟਰੀ ਦੀ ਜ਼ਿੰਮੇਵਾਰੀ ਹੈ, ਜਿਹਦੇ ਕੋਲ ਜਿਹੜੀ ਲੇਬਰ ਪਈ ਹੈ ਉਹ ਆਪਦੀ ਲੇਬਰ ਦਾ ਧਿਆਨ ਰੱਖੇ, ਔਰ ਜਿਹੜੀ ਓਪਰਚੁਨਿਟੀ ਪੰਜਾਬੀਆਂ ਵਾਸਤੇ ਹੈ ਉਹ ਪੰਜਾਬੀਆਂ ਵਾਸਤੇ ਰਹੇਗੀ, ਜਿਹੜੀ ਇਹਨਾਂ ਵਾਸਤੇ ਹੈ ਜੀ ਉਹ ਇਹਨਾਂ ਵਾਸਤੇ ਵੀ ਰਹੇਗੀ, ਕਿਉਂਕਿ ਅਲਟੀਮੇਟਲੀ ਪ੍ਰਾਈਵੇਟ ਅਦਾਰਾ ਕਦੀ ਸੂਬੇ ਦੇ ਆਧਾਰ ਤੇ ਨੌਕਰੀ ਨਹੀਂ ਦਿੰਦਾ, ਉਹ ਟੈਲੈਂਟ ਦੇ ਕੁਆਲੀਫਿਕੇਸ਼ਨ ਦੇ ਆਧਾਰ ਤੇ ਦਿੰਦਾ। ਤੇ ਜਿਹੜਾ ਬੰਦਾ ਭਾਵੇਂ ਪੰਜਾਬੀ ਹੈ, ਚਾਹੇ ਸਾਡੇ ਕੋਲ ਵੀ ਕਾਫੀ ਵਰਕਫੋਰਸ ਪੰਜਾਬੀ ਹੈ, ਜਿਹੜਾ ਬੰਦਾ ਜਿੱਥੇ ਵੀ ਜਿਸ ਤਰ੍ਹਾਂ ਦੀ ਕੁਆਲੀਫਿਕੇਸ਼ਨ ਰੱਖੇਗਾ ਉਹਨੂੰ ਪ੍ਰਾਥਮਿਕਤਾ ਦਿੱਤੀ ਜਾਏਗੀ। ਪਰ ਸੁਨੀਲ ਜੀ, ਇੱਕ ਜਿਹੜਾ ਇੰਡਸਟਰੀ ਐਡਵਾਂਸ ਟੈਕਸ ਹੁੰਦਾ, ਜਿਹੜੇ ਟੈਕਸ ਰਿਫੰਡਸ ਹੁੰਦੇ ਨੇ ਹਨਾ ਇੰਡਸਟਰੀ ਨੂੰ ਮਿਲਦੇ ਵਾਪਸ, ਉਹਨਾਂ ਦੀ ਵੀ ਇੰਡਸਟਰੀਜ਼ ਨੂੰ ਕਈ ਵਾਰੀ ਸ਼ਿਕਾਇਤ ਰਹਿੰਦੀ ਹੈ ਕਿ ਸਾਨੂੰ ਉਹ ਮਿਲ ਨਹੀਂ ਰਿਹਾ ਟਾਈਮਲੀ। ਔਰ ਹੁਣ ਜਿਹੜੀ ਆਰਥਿਕ ਸਥਿਤੀ ਹੈਗੀ ਹੈ ਦੇਸ਼ ਦੀ ਵੀ, ਦੇਸ਼ ਮਦਦ ਵੀ ਕਰ ਰਿਹਾ ਕੁਝ ਲੋਕਾਂ ਦੀ, ਉਹਨੂੰ ਲੈ ਕੇ ਕੀ ਸੋਚਦੇ ਨੇ ਇੰਡਸਟਰੀਜ਼, ਜਾਂ ਤੁਹਾਡੀ ਉਸ 'ਤੇ ਕੀ ਰਾਏ ਹੈਗੀ, ਉਹਦੇ ਵਿੱਚ ਤੁਹਾਡੀ ਕੋਈ ਹੈਲਪ ਹੋ ਰਹੀ ਹੈ? ਅਸੀਂ ਤਾਂ ਇਹ ਸੋਚ ਰਹੇ ਸੀ ਕਿ ਵੀ GST ਜਿਹੜੀ ਹੈ ਗਵਰਨਮੈਂਟ ਜਿਹੜੀ ਹੈ ਉਹ 1 ਮੰਥਲੀ ਹੋ ਸਕਦਾ GST ਦਾ ਜਿਹੜਾ ਬਫਰ ਹੈ ਉਹ ਪਾਸ ਕਰ ਦੇ, ਕੋਈ ਸਬਸਿਡੀ ਕਰਦੇ, ਜਾਂ ਜਿਨ੍ਹਾਂ ਇੰਡਸਟਰੀਜ਼ ਦੇ ਕੋਈ ਇਨਕਮ ਟੈਕਸ ਜਾਂ ਕੁਝ ਰਿਫੰਡਸ ਨੇ, ਆਲਰੇਡੀ ਮੇਰਾ ਖਿਆਲ ਹਿੰਦੁਸਤਾਨ ਦੀ ਗਵਰਨਮੈਂਟ ਨੇ ਕੋਈ ਇਨੀਸ਼ੀਏਟਿਵ ਲਿੱਤੇ ਨੇ ਕਿ ਉਹਨਾਂ ਨੂੰ ਅਰਲੀ ਪ੍ਰੋਸੈਸਿਸ ਕਰਤਾ ਜਾਏ, ਔਰ ਇਸ 40-45 ਦਿਨ ਦੀ ਜਿੰਨਾ ਵੀ GST ਅਮਾਊਂਟ ਹੈ ਤੁਹਾਡਾ ਹਰ ਇੰਡਸਟਰੀ ਦਾ ਬਣਦਾ ਹੈ, ਉਹਨੂੰ ਇੱਕ ਸਪਰੈਡ ਆਊਟ ਕਰਕੇ ਕੁਝ ਅਗਲੇ ਮਹੀਨੇ ਕੁਆਟਰ 'ਚ ਲੈਤਾ ਜਾਏ। ਅਗਲੇ ਕੁਆਟਰ 'ਚ ਜਿਹੜਾ ਇੰਡਸਟਰੀਜ਼ ਦਾ, ਉਦਯੋਗਪਤੀਆਂ ਦਾ ਪੈਸੇ ਦਾ ਲੈਣ ਦੇਣ ਹੈਗਾ ਬਿਲਕੁਲ ਆਨਲਾਈਨ ਹੁੰਦਾ, ਬੈਂਕਿੰਗ ਦੇ 1 ਨੰਬਰ 'ਚ ਵੀ ਹੁੰਦਾ। ਮੈਂ 2 ਨੰਬਰ ਦੇ ਪੈਸੇ ਦੀ ਗੱਲ ਨਹੀਂ ਕਰ ਰਿਹਾ। ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਕੁਝ ਉਦਯੋਗਪਤੀਆਂ ਦਾ ਰਾਏ ਹੈਗੀ ਹੈ ਕਿ ਜਿਹੜਾ ਸਾਡਾ ਆਰਥਿਕ ਲੈਣ ਦੇਣ ਹੈਗਾ ਪੈਸੇ ਦਾ, ਉਹਨੂੰ ਲੈ ਕੇ ਇੱਕ ਸਿਚੁਏਸ਼ਨ ਬੜੀ ਕਨਫਿਊਜ਼ਨ ਵਾਲੀ ਕ੍ਰੀਏਟ ਹੋਈ ਹੈ ਕਿ ਬੇਭਰੋਸਗੀ ਹੈ ਜਿਹੜੀ ਹੈ ਨਾ, ਉਹ ਕ੍ਰੀਏਟ ਹੋ ਗਈ ਹੈ ਕਿ ਕੱਲ੍ਹ ਨੂੰ ਲੈਣ ਦੇਣ ਕਿਸ ਤਰ੍ਹਾਂ ਦੇ ਨਾਲ ਹੋਵੇਗਾ, ਕਿਉਂਕਿ ਸਿਚੁਏਸ਼ਨ ਕੋਵਿਡ ਦੀ ਕਿੱਧਰ ਨੂੰ ਜਾਏਗੀ, ਤੇ ਉਹਨੂੰ ਲੈ ਕੇ ਪੈਸੇ ਦਾ ਲੈਣ ਦੇਣ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਉਹ ਸਾਰੀ ਸਪਲਾਈ, ਡਿਮਾਂਡ ਐਂਡ ਸਪਲਾਈ ਚੇਨ ਦੇ ਦਰਮਿਆਨ ਤੁਹਾਡਾ ਨਜ਼ਰੀਆ ਕੀ ਹੈਗਾ ਇਸ 'ਤੇ? ਦੇਖੋ, ਇਹ ਸਾਰਾ ਜਦ ਮੈਂ ਉਹੀ ਕਹਿ ਰਿਹਾ, ਇਹ ਸਾਰੀ ਸਿਚੁਏਸ਼ਨ ਡਿਪੈਂਡ ਕਰਦੀ ਹੈ ਜੀ ਕੋਵਿਡ ਜਿਹੜਾ ਉਹ ਕਿਸ ਤਰ੍ਹਾਂ ਐਕਟ ਕਰੇਗਾ, ਕਿਉਂਕਿ ਅਸੀਂ ਦੇਖਿਆ ਅਭੀ ਜਦੋਂ ਅਸੀਂ ਬੰਦ ਸੀ ਪਿਛਲੇ 41 ਡੇਜ਼ ਤੋਂ ਅਸੀਂ ਸਾਰੇ ਲੋਕਡਾਊਨ ਆ, ਅਸੀਂ ਆਪਣੇ ਗਰਾਊਂਡ ਤੇ ਨਹੀਂ ਗਏ। ਦਾ ਮੂਵਮੈਂਟ ਅਸੀਂ ਲੋਕ ਸੜਕਾਂ ਤੇ ਜਾਵਾਂਗੇ, ਇਹ ਬਿਮਾਰੀ ਕਿਸ ਤਰ੍ਹਾਂ ਬਿਹੇਵ ਕਰੇਗੀ, ਬਿਜ਼ਨੈਸਿਸ ਮਾਡਲ ਕਿਸ ਤਰ੍ਹਾਂ ਬਿਹੇਵ ਕਰਨਗੇ, ਇਹ ਸਾਰੀ ਚੀਜ਼ਾਂ ਜਿਹੜੀਆਂ ਡਿਪੈਂਡ ਕਰਨਗੀਆਂ। ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਕਾਫੀ ਕਲੈਰਿਟੀ ਆਏਗੀ। ਫਿਲਹਾਲ ਇਹਦੇ ਤੇ ਗੱਲ ਕਰਨ ਦਾ ਕੋਈ ਕਨਕਲੂਜਨ ਨਹੀਂ ਕੱਢ ਪਾਵਾਂਗੇ ਆਪਾਂ, ਕਨਕਲੂਜਨ ਨਹੀਂ ਕੱਢ ਪਾਓਗੇ, ਠੀਕ ਹੈ। ਪਰ ਜਿਹੜੇ ਦੁਬਾਰਾ ਉਦਯੋਗ ਖੋਲ੍ਹ ਰਹੇ ਹੋ, ਤੁਸੀਂ ਉਦਯੋਗ ਖੋਲ੍ਹ ਰਹੇ ਹੋ, ਕਿਆ ਤੁਸੀਂ ਇੰਡਸਟਰੀਜ਼ ਨੇ ਮਿਲ ਕੇ ਆਪਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਪ੍ਰਪੋਜ਼ਲ, ਕੋਈ ਸੁਜੈਸ਼ਨਸ ਭੇਜੇ ਆ ਗਵਰਨਮੈਂਟ ਨੂੰ, ਸਟੇਟ ਗਵਰਨਮੈਂਟ ਨੂੰ, ਕਿ ਇਹ ਚੀਜ਼ਾਂ ਜਾਂ ਇਹ ਮੈਜਰਸ ਲਏ ਜਾ ਸਕਦੇ, ਇਸ ਤਰੀਕੇ ਦੇ ਨਾਲ ਅਸੀਂ ਕਰ ਸਕਦੇ ਹੈਗੇ ਬੈਟਰ? ਦੇਖੋ, ਸਟੇਟ ਗਵਰਨਮੈਂਟ ਨੇ ਆਲਰੇਡੀ ਟਾਸਕ ਫੋਰਸ ਬਣਾਈ ਹੈ ਜੋ ਐਕਟਿਵਲੀ ਕੰਮ ਕਰ ਰਹੀ ਹੈ। ਪੰਜਾਬ ਦੇ CM ਸਾਹਿਬ ਆਲਰੇਡੀ ਜਿਹੜੇ ਨੇ ਐਕਟਿਵਲੀ ਇੰਡਸਟਰੀਜ਼ ਦੀ ਪ੍ਰੋਬਲਮ ਨੂੰ ਸੁਣ ਰਹੇ ਨੇ, ਰੈਗੂਲਰ ਉਪਰਾਲ ਤੇ ਉਹ ਸਾਰਿਆਂ ਨੂੰ ਮਿਲਦੇ ਵੀ ਰਹਿੰਦੇ ਨੇ, ਤੇ ਆਲਰੇਡੀ ਉਹਨਾਂ ਨੇ ਆਪਣੀ ਜਿਹੜੀ ਟਾਸਕ ਫੋਰਸ ਬਣਾਈ ਸੀ ਉਹਦੇ ਵਿੱਚ ਹਰ ਰੀਜਨ ਦੀ, ਮਾਝਾ, ਮਾਲਵਾ, ਦੁਆਬਾ, ਤਿੰਨਾਂ ਨੇ ਆਪਦੀ ਜਿਹੜੀ ਹੈ ਰਿਪਰੈਜ਼ੈਂਟੇਸ਼ਨ ਕਿਉਂਕਿ ਹਰ ਖੇਤਰ ਦੀ ਆਪਣੀ ਪ੍ਰੋਬਲਮ ਹੈ, ਚਾਹੇ ਇੰਡਸਟਰੀ ਹੈ, ਚਾਹੇ ਐਗਰੀਕਲਚਰ ਹੈ, ਚਾਹੇ ਕਿਸਾਨ ਹੈ, ਚਾਹੇ ਦੁਕਾਨਦਾਰ ਹੈ, ਉਹ ਸਾਰੀ ਕੰਸੋਲੀਡੇਟਿਡ ਟਾਸਕ ਫੋਰਸ ਨੂੰ ਦੇ ਦਿੱਤੀ ਹੈ। ਤੇ ਆਪਾਂ ਉਮੀਦ ਕਰਦੇ ਹਾਂ ਕਿ CM ਸਾਹਿਬ ਜਲਦੀ ਹੀ ਇੱਥੇ ਕਾਰਵਾਈ ਕਰਨਗੇ। ਨਹੀਂ, ਬਿਲਕੁਲ ਕਾਰਵਾਈ ਦੀ ਉਮੀਦ ਤੇ ਹੈਗੀ ਹੈ। ਪਰ ਮੈਂ ਤੁਹਾਨੂੰ ਇੱਕ ਉਦਯੋਗਪਤੀ ਦੇ ਨਜ਼ਰੀਏ ਤੋਂ ਪੁੱਛ ਰਿਹਾ ਤੁਹਾਨੂੰ, ਕਿਉਂਕਿ ਐਕਸਪਰਟ ਜੋ ਸੋਚਦੇ ਨੇ ਉਹ ਅਲੱਗ ਰਾਏ ਹੁੰਦੀ ਹੈ, ਜਿਹੜਾ ਕੰਮ ਕਰ ਰਿਹਾ ਕਈ ਵਾਰੀ ਉਹਦਾ ਇੱਕ ਕੁਛ ਆਪਣਾ ਵੀ ਵਿਊ ਪੁਆਇੰਟ ਹੁੰਦਾ, ਕਿ ਤੁਹਾਡੀ ਇਸ 'ਤੇ ਰਾਏ ਕੀ ਹੈਗੀ ਹੈ ਕਿ ਕਿਸ ਤਰ੍ਹਾਂ ਦੇ ਉਪਾਅ ਲਾਗੂ ਹੋਣੇ ਚਾਹੀਦੀ ਹੈ ਜੋ ਉਦਯੋਗਪਤੀਆਂ ਦੇ ਲਈ ਫਾਇਦੇਮੰਦ ਰਹਿ ਸਕਦੇ ਨੇ, ਔਰ ਲੇਬਰ ਦਾ ਵੀ, ਜਿਹਦਾ ਉਦਯੋਗਪਤੀ ਔਰ ਮੈਂ ਇਹ ਸੋਚਦਾ ਸੀ ਕਿ ਦੇਖੋ, ਜਿਹੜੀ ਲੇਬਰ ਤੇ ਵਾਪਸ ਜਾਣਾ ਚਾਹੁੰਦੀ, ਜਿਹੜੀ ਸਰਪਲਸ ਹੈ, ਸਰਕਾਰ ਉਹਦਾ ਇੰਤਜ਼ਾਮ ਜ਼ਰੂਰ ਕਰੇ, ਇੱਕ ਕਲੈਰਿਟੀ ਜ਼ਰੂਰ ਦੇਵੇ ਕਿ ਵੀ ਜਿਹੜੀ ਆਲਰੇਡੀ ਜੇ ਲੇਬਰ ਇੰਪਲੋਇਡ ਹੈ ਉਹਨੂੰ ਕੋਈ ਡਿਸਟਰਬੈਂਸ ਨਾ ਹੋਏ, ਕਿਉਂਕਿ ਜੇ ਸਰਕਾਰ ਵੱਲੋਂ ਫ੍ਰੀ ਟ੍ਰੇਨ ਚਲਾਈ ਜਾਏਗੀ ਤਾਂ ਹੋ ਸਕਦਾ ਹੈ 20-25% ਬੰਦੇ ਗੇੜਾ ਮਾਰਨ ਦੇ ਚੱਕਰ 'ਚ ਵੈਸੇ ਵੀ ਚਲੇ ਜਾਣ, ਤੇ ਫਿਰ ਅਸੈਂਸ਼ੀਅਲ ਕੋਮੋਡਿਟੀ ਜਿਹੜੀਆਂ ਫੈਕਟਰੀਆਂ ਬਣਾ ਰਹੀਆਂ ਉਹਦੀ ਪ੍ਰੋਡਕਸ਼ਨ ਵੀ ਹਿੱਟ ਹੋ ਸਕਦੀ ਹੈ। ਤੇ ਮੇਰੀ ਸਲਾਹ ਹੈ ਲੇਬਰ ਨੂੰ ਕਲੈਰਿਟੀ ਕਰਤੀ ਜਿਹੜੀ ਹੈ ਗਵਰਨਮੈਂਟ ਨੂੰ ਦੇਤੀ ਜਾਏ, ਤੇ ਨਾਲੇ ਇਹਦੇ 'ਚ ਵੀ ਕਲਾਸੀਫਿਕੇਸ਼ਨ ਕਰਤੀ ਜਾਏ ਵੀ ਜਿਹੜੀ ਲੇਬਰ ਨੂੰ ਕੰਮ ਨਹੀਂ ਹੈ ਉਹਨੂੰ ਭੇਜਣ ਦਾ ਪ੍ਰਬੰਧ ਕੀਤਾ ਜਾਏ। ਉਸ ਤੋਂ ਇਲਾਵਾ ਜਿੰਨੇ ਵੀ ਸਰਕਾਰ ਗਾਈਡਲਾਈਨਸ ਹੈ ਉਹ ਇੱਕ ਸਟੈਂਡਰਡਾਈਜ਼ ਗਾਈਡਲਾਈਨ ਇਸ਼ੂ ਕਰੇ ਪੰਜਾਬ ਸਰਕਾਰ, ਤਾਂ ਕਿ ਹਰ ਇੰਡਸਟਰੀ ਨੂੰ ਪਤਾ ਹੋਵੇ ਕਿ ਵੀ ਇੱਕ ਆਲਰੇਡੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਹੜਾ ਹੈਗਾ
ਕੋਈ ਚੰਡੀਗੜ੍ਹ ਤੋਂ ਇਸ਼ੂ ਹੋ ਰਿਹਾ ਤੇ ਆਪਾਂ ਉਹ ਫੋਲੋ ਕਰਨਾ ਹੈ, ਨਾ ਕਿ ਇੱਕ ਜ਼ਿਲ੍ਹੇ ਦੇ ਜਾਂ ਦੂਸਰੇ ਜ਼ਿਲ੍ਹੇ ਤੇ ਤੀਸਰੇ ਜ਼ਿਲ੍ਹੇ ਦੇ ਵਿੱਚ, ਕਿਉਂਕਿ ਜਦੋਂ ਅਸੀਂ ਇੱਥੇ ਮਾਲ ਵੀ ਬਣਾ ਕੇ ਭੇਜਣਾ, ਅਸੀਂ ਪੰਜਾਬ ਦੇ 5 ਜ਼ਿਲ੍ਹਿਆਂ ਨੂੰ ਕ੍ਰਾਸ ਕਰਕੇ ਜਾਣਾ ਤੇ ਜੇ ਹਰ ਜ਼ਿਲ੍ਹੇ ਦੀ ਵੱਖਰੀ ਗਾਈਡਲਾਈਨ ਹੋਏਗੀ ਤਾਂ ਫਿਰ ਡਿਸਪੈਚ ਦੇ ਵਿੱਚ ਵੀ ਜਾਂ ਲੌਜਿਸਟਿਕਸ ਦੀ ਜਾਂ ਸਪਲਾਈ ਚੇਨ ਦੇ ਵਿੱਚ ਵੀ ਦਿੱਕਤ ਆਏਗੀ। ਆਖਰੀ ਸਵਾਲ ਹੈਗਾ, ਜੇ ਅਗਰ ਤੁਸੀਂ ਮੇਜਰ ਕੋਈ 2 ਜਾਂ 3 ਚੀਜ਼ਾਂ ਰੱਖਣੀਆਂ ਹੋਣ, 1 ਜਾਂ 2 ਸ਼ਬਦਾਂ ਦੇ ਵਿੱਚ, ਜਿਹੜਾ ਸਭ ਤੋਂ ਵੱਡਾ ਚੈਲੰਜ ਲੱਗ ਰਿਹਾ ਇੱਕ ਉਦਯੋਗਪਤੀ ਨੂੰ ਕਿ ਇਹ ਸਮੱਸਿਆ ਮੇਰੇ ਲਈ ਪ੍ਰਾਇਮਰੀਲੀ ਸਭ ਤੋਂ ਵੱਡੀ ਹੈਗੀ ਹੈ, ਕੀ ਦੱਸਣਾ ਚਾਹੋਗੇ 3 ਚੀਜ਼ਾਂ? ਦੇਖੋ, ਸਭ ਤੋਂ ਵੱਡੀ ਤਾਂ ਜਿਹੜਾ ਅਨਸਰਟੇਨਿਟੀ ਦਾ ਮਾਹੌਲ ਬਣਿਆ ਪਿਆ ਮੁਲਕ ਦੇ ਵਿੱਚ, ਉਹਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਸਪਲਾਈ ਚੇਨ ਜਿਹੜੀ ਹੈ, ਮੈਂ ਫਿਰ ਕਹਾਂਗਾ ਜੀ, ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਚੀਜ਼, ਚਾਹੇ ਦਵਾਈਆਂ, ਚਾਹੇ ਕਾਗਜ਼, ਚਾਹੇ ਕੱਪੜਾ, ਚਾਹੇ ਮੈਡੀਸਨ, ਕੁਛ ਵੀ ਚੀਜ਼, ਚਾਹੇ ਫੂਡ ਆਈਟਮ, ਜਦ ਤੱਕ ਕੰਟਰੀ ਦੇ ਵਿੱਚ ਸਪਲਾਈ ਚੇਨ ਪੂਰੀ ਸਟ੍ਰੀਮ ਨਹੀਂ ਹੋਏਗੀ ਤਦ ਤੱਕ ਇੰਡਸਟਰੀ ਜਿਹੜੀ ਹੈ ਉਹਨੂੰ ਇੱਕ ਅਨਸਰਟੇਨਿਟੀ ਬਣੀ ਰਹੇਗੀ ਤੇ ਉਹ ਇੱਕ ਕੁਆਇਟ ਚੈਲੰਜਿੰਗ ਫੈਕਟਰ ਹੋਏਗਾ ਸਾਡੇ ਵਾਸਤੇ। ਔਰ ਮੈਂ ਸਮਝਦਾ ਕਿ ਜਿੰਨੀ ਜਲਦੀ ਸਪਲਾਈ ਚੇਨ ਨੂੰ ਅਸੀਂ ਕਲੈਰਿਟੀ ਕਰ ਦਈਏ, ਚਾਹੇ ਉਹ ਹਰ ਤਰ੍ਹਾਂ ਦੀ ਪ੍ਰੋਡਕਸ਼ਨ ਹੈ, ਟਰੱਕਾਂ ਦੀ ਹੈ, ਸਪਲਾਈਜ਼ ਹੈ, ਗੋਡਾਊਨਸ ਦੀ ਹੈ, ਵੇਅਰ ਹਾਊਸਿਸ ਦੀ ਹੈ। ਹੁਣ ਤੁਸੀਂ ਦੇਖੋ, ਅਸੀਂ ਮੈਟਰੋ ਤੋਂ 1 ਮਹੀਨੇ ਤੋਂ ਆਪ ਦੀ ਪਰਚੇਸਿਸ ਕਰ ਰਹੇ ਸੀ, ਜਿਹੜੇ ਮੈਟਰੋ ਸਟੋਰਸ ਨੇ ਜਾਂ ਕੁਛ ਨੇ। ਅੱਜ ਤੁਸੀਂ ਜਾਂਦੇ ਹੋ, ਉਹਨਾਂ ਦੇ ਸਟੋਰ ਖਾਲੀ ਹੈ, ਕਿਉਂਕਿ ਇਹ ਨਹੀਂ ਹੈ ਉਹਨਾਂ ਕੋਲ ਮਟੀਰੀਅਲ ਨਹੀਂ, ਲੇਕਿਨ ਸਪਲਾਈ ਚੇਨ ਡਿਸਟਰਬ ਹੈ। ਬਿਲਕੁਲ ਬੇਸਿਕ ਚੀਜ਼ਾਂ ਜਿਹੜੀਆਂ, ਫਿਰ ਗੱਲ ਹੋਈ ਆਏਗੀ ਕਿ ਸਪਲਾਈ ਚੇਨ ਹੀ ਕੰਟਰੀ ਨੂੰ ਚਲਾਉਣਾ ਪਏਗਾ ਔਰ ਸਮੂਥ ਆਪਰੇਸ਼ਨ ਵਾਸਤੇ ਸਪਲਾਈ ਚੇਨ ਨੂੰ ਆਪਾਂ ਨੂੰ ਐਕਟਿਵ ਕਰਨਾ ਪਏਗਾ ਦੁਬਾਰਾ। ਠੀਕ ਹੈ ਸੁਨੀਤ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ, ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਫਿਲਹਾਲ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਰਾਹੀਂ ਮੈਂ ਕਹੂੰਗਾ ਲੋਕਾਂ ਨੂੰ ਕਿ ਕਰੋਨਾ ਜਿਹੜਾ ਹੈ ਉਹ ਹਾਲੇ 3 ਮਹੀਨੇ 2 ਮਹੀਨੇ ਜਾਂ ਜਦ ਤੱਕ ਵੈਕਸੀਨੇਸ਼ਨ ਨਹੀਂ ਆਉਂਦੀ ਉਹ ਰਹੇਗਾ। ਆਪਾਂ ਇਹਤਿਆਤ ਵਰਤੀਏ, ਸੇਫ ਰਹੀਏ, ਆਪਣੇ ਬੱਚਿਆਂ ਦਾ, ਪਰਿਵਾਰ ਦਾ, ਸਮਾਜ ਦਾ ਪੂਰਾ ਧਿਆਨ ਰੱਖੀਏ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਥੈਂਕ ਯੂ।